ਜੈ ਗੁਰਦੇਵ, ਧੰਨ ਗੁਰਦੇਵ ਜੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਆਪਣੇ ਸੇਵਕਾਂ ਨੂੰ ਕਿਹੜੀ ਰਹਿਤ ਮਰਿਆਦਾ ਬਖਸ਼ਿਸ਼ ਕਰਦੀ ਹੈ ਔਰ ਜੀਵਨ ਜਿਉਣ ਦੇ ਕਿਹੜੇ ਢੰਗ ਦੱਸਦੀ ਹੈ ਤੇ ਕੀ ਮਾਰਗਦਰਸ਼ਨ ਕਰਦੀ ਹੈ, ਇਸ ਬਾਰੇ ਸਾਨੂੰ ਭਰਪੂਰ ਜਾਣਕਾਰੀ ਦੇਣ ਵਾਸਤੇ ਸਾਡੇ ਰਵਿਦਾਸੀਆ ਸਟੂਡੀਓ ਵਿੱਚ ਸ਼੍ਰੀ ਪ੍ਰਿੰਸੀਪਲ ਸਤਪਾਲ ਜੱਸੀ ਜੀ ਪਹੁੰਚੇ ਹਨ, ਜੋ ਬਹੁਤ ਮਹਾਨ ਵਿਦਵਾਨ ਹਨ ਔਰ ਡੇਰਾ ਸੱਚਖੰਡ ਬੱਲਾਂ ਤੋਂ ਗੋਲਡ ਮੈਡਲਿਸਟ ਹਨ। ਆਓ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰੀਏ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਆਪਣੇ ਸੇਵਕਾਂ ਨੂੰ ਕਿਹੜੀ ਰਹਿਤ ਮਰਿਆਦਾ ਤੇ ਕਿਹੜਾ ਮਾਰਗਦਰਸ਼ਨ ਬਖਸ਼ਿਸ਼ ਕਰਦੀ ਹੈ ਤੇ ਜੀਵਨ ਜਿਉਣ ਦੇ ਕਿਹੜੇ ਢੰਗ ਦੱਸਦੀ ਹੈ। ਆਓ ਉਹਨਾਂ ਤੋਂ ਭਰਪੂਰ ਜਾਣਕਾਰੀ ਪ੍ਰਾਪਤ ਕਰੀਏ ਜੀ। ਹਾਂਜੀ ਪ੍ਰਿੰਸੀਪਲ ਸਾਹਿਬ ਜੀ, ਜੈ ਗੁਰਦੇਵ, ਧੰਨ ਗੁਰਦੇਵ। ਤੁਹਾਡਾ ਸਾਡੇ ਸਟੂਡੀਓ ਰਵਿਦਾਸੀਆ ਸਟੂਡੀਓ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਔਰ ਤੁਹਾਡਾ ਬਹੁਤ ਵਿਸ਼ੇਸ਼ ਸਵਾਗਤ ਹੈ ਰਵਿਦਾਸੀਆ ਟੀਵੀ ਦੇ ਆਉਣ ਦਾ। ਤੇ ਸੰਗਤਾਂ ਜਾਣਨਾ ਚਾਹੁੰਦੀਆਂ ਹਨ ਕਿ ਅੰਮ੍ਰਿਤ ਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਅੰਦਰ ਕਿਹੜੀ ਰਹਿਤ ਮਰਿਆਦਾ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕੀਤੀ ਹੈ ਗੁਰੂ ਰਵਿਦਾਸ ਮਹਾਰਾਜ ਜੀ ਨੇ, ਔਰ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਕਿਹੜੀ ਜੀਵਨ ਜਾਂਚ ਸਿਖਾਉਂਦੀ ਹੈ ਜੀਵਾਂ ਨੂੰ ਆਪਣਾ ਜੀਵਨ ਵਧੀਆ ਬਤੀਤ ਕਰਨ ਲਈ ਜੀ। ਗੁਰਪ੍ਰੀਤ ਜੀ, ਪਰਮ ਪਿਤਾ ਪਰਮਾਤਮਾ ਜੀ, ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਜਦੋਂ ਸੰਸਾਰ ਵਿੱਚ ਆਏ ਆ ਜੀ, ਉਹਨਾਂ ਨੇ ਕੁੱਲ ਲਕਾਈ ਨੂੰ ਪਰਮ ਪਿਤਾ ਪਰਮਾਤਮਾ ਨਾਲ ਜੁੜ ਕੇ ਸੱਚਾ ਸੁੱਚਾ ਜੀਵਨ ਬਤੀਤ ਕਰਨੇ ਦੀ ਸਿੱਖਿਆ ਦਿੱਤੀ। ਜੀ, ਪਰੰਤੂ ਅਸੀਂ ਦੇਖਦੇ ਹਾਂ, ਅਸੀਂ ਜਾਣਦੇ ਵੀ ਹਾਂ, ਸੰਸਾਰ ਨਸ਼ਵਰ ਆ ਜੀ, ਅਸਥਾਈ ਆ ਜੀ, ਸਾਰਾ ਜੱਗ ਚੱਲਣ ਹਾਰ ਆ। ਜੀ, ਪਰ ਫਿਰ ਵੀ ਜਿਹੜਾ ਆਉਣਾ ਜਾਣਾ ਇਸ ਜੱਗ ਦੇ ਜਿਹੜਾ ਆਉਣ ਜਾਣ ਲੱਗਾ ਆ, ਜੀ, ਇਹਦਾ ਕੀ ਮਤਲਬ ਆ? ਇਹ ਸਤਿਗੁਰੂ ਰਵਿਦਾਸ ਬਾਣੀ ਇਹ ਸੋਚਣ ਲਈ ਮਜਬੂਰ ਕਰਦੀ ਆ। ਦੂਜਾ, ਜੀ, ਸੰਸਾਰ ਦੇ ਲੋਕ ਜਿਹੜੇ ਆ ਉਹ ਗਮੀ ਖੁਸ਼ੀ ਦੇ ਵਿੱਚ ਜੀ, ਰੁੱਝੇ ਰਹਿੰਦੇ ਆ, ਲੇਕਿਨ ਜਿਹੜੇ ਸੰਤ ਲੋਕ ਆ ਜੀ, ਉਹ ਜਿਹੜੇ ਆ ਉਹ ਇਸ ਜੀਵਨ ਨੂੰ ਆਪਣੇ ਢੰਗ ਨਾਲ ਲੈਂਦੇ ਆ। ਜੀ, ਜਿੱਦਾਂ ਬੰਦੇ ਦਾ ਜਨਮ ਹੁੰਦਾ ਜੀ, ਅਸੀਂ ਖੁਸ਼ੀਆਂ ਮਨਾਉਂਦੇ ਆ, ਸੰਤ ਜਨਮ ਦਾ ਹੋਰ ਢੰਗ ਰੱਖਦੇ ਆ। ਜੀ, ਉਹਨਾਂ ਦਾ ਨਜ਼ਰੀਆ ਜਿਹੜਾ ਆ, ਉਹਨਾਂ ਦੀ ਜਿਹੜੀ ਸੋਚਣੀ ਆ ਜੀ, ਜਾਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਆ, ਉਹਨਾਂ ਦੀ ਆਤਮਵਾਦ ਉਹ ਹੋਰ ਤਰ੍ਹਾਂ ਦਾ। ਜੀ, ਇਸ ਕਰਕੇ ਸੰਤ ਪਰਮਾਰਥ ਪ੍ਰਤੀ ਜੀ, ਲਗਾਓ ਨੂੰ ਜੀਵਨ ਮੰਨਦੇ ਆ। ਜੀ, ਦੁਨੀਆਦਾਰੀ ਜਿਹੜੀ ਆ ਉਹ ਦੁਨੀਆਦਾਰੀ ਦੇ ਵਿੱਚ ਖਚਿਤ ਹੋ ਕੇ ਜੀ, ਇਹ ਦੁਨੀਆਦਾਰੀ ਦੇ ਢੰਗਾਂ ਤਰੀਕਿਆਂ ਦੇ ਵਿੱਚ ਜੀ, ਰੁੱਝੇ ਰਹਿਣ ਨੂੰ ਆਪਣਾ ਜੀਵਨ ਮੰਨਦੇ ਆ। ਜੀ, ਪਰ ਜਦੋਂ ਕਿਉਂਕਿ ਅਸੀਂ ਬਾਣੀ ਦੀ ਗੱਲ ਕਰਦੇ ਹਾਂ ਜੀ, ਤਾਂ ਇਹਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਵਿਸ਼ੇਸ਼ ਤੌਰ ਤੇ ਸਾਨੂੰ ਇਹ ਉਪਦੇਸ਼ ਕਰਦੇ ਆ ਜੀ, ਕਿ ਪੰਡਿਤ ਸੂਰ ਛਤਰਪਤੀ ਰਾਜਾ ਜੀ, ਭਗਤ ਬਰਾਬਰ ਔਰ ਨਾ ਕੋਏ। ਜੀ, ਇਹ ਤਾਂ ਆਪਾਂ ਜਾਣਦੇ ਹੀ ਆ ਨਾ। ਜੀ, ਜੀ, ਬਿਲਕੁਲ ਜੀ, ਬਿਲਕੁਲ। ਅੱਗੇ ਮਹਾਰਾਜ ਦੀ ਜਿਹੜੀ ਗੱਲ ਕਹਿੰਦੇ ਆ ਉਹ ਇਨਸਾਨ ਨੂੰ ਇਨਸਾਨ ਬਣਨ ਦੇ ਵਿੱਚ ਜੀ, ਪਹਿਲਾ ਪੌੜੀ ਆ। ਜੀ, ਕੀ ਕਹਿੰਦੇ ਅੱਗੇ? ਜੈਸੇ ਪ੍ਰੈਣ ਪਤ ਰਹੇ ਜਲ ਸਮੀਪ ਭਣ ਰਵਿਦਾਸ ਜਨਮੇ ਜਗ ਹੋਏ। ਜੀ, ਜੀ, ਬਿਲਕੁਲ ਜੀ, ਬਿਲਕੁਲ। ਦੁਨੀਆ ਸਾਰੀ ਜਨਮੀ ਆ, ਜੀ, 7-8 ਅਰਬ ਇਸ ਵੇਲੇ ਦੁਨੀਆ ਦੀ ਆਬਾਦੀ ਆ। ਜੀ। ਪਰ ਮਹਾਰਾਜ ਰਵਿਦਾਸ ਮਹਾਰਾਜ ਸਤਿਗੁਰੂ ਜੀ ਕਹਿੰਦੇ ਆ, ਕਹਿੰਦੇ ਜਿੱਦਾਂ ਛੱਪੜਾਂ ਦੇ ਵਿੱਚ, ਜੀ, ਜੀ, ਬਿਲਕੁਲ ਜੀ, ਟੋਭਿਆਂ ਦੇ ਵਿੱਚ ਜੀ, ਇੱਕ ਪ੍ਰੈਣ ਪਤ ਬੂਟੀ ਹੁੰਦੀ ਆ। ਜੀ, ਜਿੱਦਾਂ ਸੰਸਾਰ ਦੁਨੀਆ ਨਾਲ ਭਰਿਆ ਆ, ਜੀ, ਟੋਭੇ ਪ੍ਰੈਣ ਪਤ ਬੂਟੀ ਨਾਲ ਭਰੇ ਹੋਆ। ਜੀ, ਬਿਲਕੁਲ। ਮਹਾਰਾਜ ਕਹਿੰਦੇ ਪ੍ਰੈਣ ਪਤ ਬੂਟੀ ਜਿਹੜੀ ਆ ਨਿੱਕੀ ਨਿੱਕੀ ਬੂਟੀ ਹੁੰਦੀ ਹਰੇ ਰੰਗ ਦੀ, ਉਹ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਪਾਣੀ ਦੇ ਉੱਤੇ ਆਪਣਾ ਫੈਲਾਅ ਕਰਦੀ ਆ, ਜੀਵਨ ਬਤੀਤ ਕਰਦੀ ਆ, ਜੀ, ਭਾਵ ਗੰਦੇ ਪਾਣੀ 'ਚ ਭਿੱਜਦੀ ਨਹੀਂ। ਜੀ, ਜੀ, ਬਿਲਕੁਲ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਛੱਪੜਾਂ ਦੀ ਤਰ੍ਹਾਂ ਜਿਹੜੀ ਦੁਨੀਆ ਵੀ ਇੱਕ, ਸੰਸਾਰ ਵੀ ਇੱਕ, ਉਹਦੇ ਨਿਆਈ ਆ, ਜੀ, ਉਹਦੇ ਨਾਲ ਦੁਨੀਆ ਭਰੀ ਪਈ ਆ। ਉਹ ਕਹਿੰਦੇ ਜਿਹੜਾ ਦੁਨੀਆਦਾਰੀ ਦੇ ਵਿੱਚ ਰਹਿੰਦਿਆਂ ਹੋਇਆਂ ਜੀ, ਪਰਮ ਪਿਤਾ ਪਰਮਾਤਮਾ ਦੇ ਪ੍ਰਤੀ ਸੋਚ ਰੱਖਦਾ, ਜੀ, ਜਿਹੜਾ ਪਰਮਾਰਥ ਦੀ ਗੱਲ ਕਰਦਾ, ਜੀ, ਜਿਹੜਾ ਸਮਾਨਤਾ ਦੀ, ਭਾਈਚਾਰੇ ਦੀ, ਮਾਨਵਤਾ ਦੀ ਗੱਲ ਕਰਦਾ, ਜੀ, ਜਿਹੜਾ ਪਰਮਾਤਮਾ ਦੇ ਪ੍ਰਤੀ, ਪਰਮਾਤਮਾ ਨੂੰ ਪਾਉਣ ਦੇ ਪ੍ਰਤੀ ਕਹਿੰਦੇ ਸੋਚਦਾ ਆ। ਕਹਿੰਦੇ ਮੈਂ ਗੱਲ ਕਹਿਣਾ ਭਣ ਰਵਿਦਾਸ ਜਨਮੇ ਜਗ ਹੋਏ। ਜਿਹੜੇ ਪਰਮਾਰਥੀ ਗੱਲ ਸੋਚਦੇ ਆ ਮੇਰੇ ਭਾਂ ਦੇ ਰਵਿਦਾਸ ਮਹਾਰਾਜ ਕਹਿੰਦੇ ਜੰਮਿਆ ਹੀ ਉਹ ਆ।
ਬਾਕੀ ਜੰਮੇ ਹੀ ਨਹੀਂ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਇਸ ਤੋਂ ਤਾਂ ਇਹ ਸਿੱਧ ਹੁੰਦਾ ਹੈ ਕਿ ਜਿਹੜੀਆਂ ਜੀਵ ਆਤਮਾਵਾਂ ਜਗਿਆਸੂ ਹਨ, ਜਾਂ ਅਸੀਂ ਕਹਿ ਲਈਏ ਪਰਮੇਸ਼ਰ ਵੱਲ ਲਲਾਇਤ ਹਨ ਕਿ ਅਸੀਂ ਪਰਮਪਿਤਾ ਪਰਮਾਤਮਾ ਨੂੰ ਮਿਲੀਏ, ਹਾਂਜੀ, ਹਾਂਜੀ। ਇਹਦਾ ਮਤਲਬ ਕਿ ਉਹ ਆਤਮਾ ਆਪਣੀ ਮੁਕਤੀ ਵੱਲ ਨੂੰ ਜਾਣਾ ਚਾਹੁੰਦੀਆਂ ਹਨ। ਗੁਰੂ ਜੀ ਦੀ ਬਾਣੀ ਨੈਚੁਰਲ ਇਹ ਤਾਂ ਗੱਲ, ਜਿਹੜਾ ਜੀਵ ਪਰਮਪਿਤਾ ਪਰਮਾਤਮਾ ਦੇ ਬਾਰੇ ਸੋਚੂਗਾ, ਜੀ ਆਪਣੇ ਵੱਡਿਆਂ ਵਡੇਰਿਆਂ ਬਾਰੇ ਸੋਚੂਗਾ, ਜੀ ਪਰਮਪਿਤਾ ਪਰਮਾਤਮਾ ਦੇ ਰੂਪਾਂ ਬਾਰੇ ਸੋਚੂਗਾ, ਜੀ। ਉਹਨਾਂ ਦੇ ਕੰਮਾਂ ਬਾਰੇ ਸੋਚੂਗਾ, ਤਾਂ ਉਹਦੇ ਵਿੱਚ ਕੀ ਹੋਊਗਾ? ਜੀ ਉਹਦੇ ਵਿੱਚ ਕਲੀਅਰ ਕੱਟ ਗੱਲ ਆ ਕਿ ਸੰਸਾਰ ਜਿਹੜਾ ਆ ਉਹਦੇ ਲਈ ਜੀ ਉਨਾ ਮਹੱਤਵ ਨਹੀਂ ਰੱਖਦਾ। ਜੀ ਬਿਲਕੁਲ ਉਨਾ ਮਹੱਤਵ ਨਹੀਂ ਨਹੀਂ ਰੱਖਦਾ। ਜੀ। ਉਹ ਮੁਕਤੀ ਵੱਲ ਨੂੰ ਸੋਚੂਗਾ। ਜੀ। ਤੇ ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਆ, ਸਤ ਜੁਗ ਸਤ ਤ੍ਰੇਤਾ ਜਗੇ ਦੁਆਪਰ ਪੂਜਾ ਚਾਰ, तीन जुग तीनों दरे कल केवल नाम आधार, पार कैसे पाए बोरे मोए कोई ना कहे समझाए, जाते आवा गबर बुलाए। फिर वो जीव ਜਿਹੜਾ ਆ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆਊਗੀ ਵੀ ਸਤ ਯੁਗ ਦਾ, ਦੁਆਪਰ ਦਾ, ਜੀ। ਤ੍ਰੇਤੇ ਦਾ, ਜੀ। ਕਲ ਯੁਗ ਦਾ, ਇਹ ਜਿਹੜੇ ਕਲ ਯੁਗ ਦੇ ਸਤ ਸੀ, ਪੂਜਾ ਪਾਠ ਸੀ, ਦੁਆਪਰ ਦੇ ਵਿੱਚ ਸੀ ਜਾਂ ਕਿੱਦਾਂ ਵੀ ਆ ਜਾਂ ਕੁਝ ਵੀ ਆ, ਇਹ ਜਿਹੜੇ ਚੀਜ਼ਾਂ ਆ ਜਾਂ ਕਲ ਯੁਗ ਦੇ ਵਿੱਚ ਇਹਨਾਂ ਦੇਵਤਿਆਂ ਦੇ ਨਾਮ ਦਾ ਆਧਾਰ ਆ, ਉਹ ਕਹਿੰਦੇ ਇਹਨਾਂ ਦਾ ਕੋਈ ਮਤਲਬ ਨਹੀਂ। ਠੀਕ ਜੀਵ ਦਾ ਮਾਰਗਦਰਸ਼ਨ ਕਰਨ ਲਈ ਸਤਿਗੁਰੂ ਰਵਿਦਾਸ ਮਹਾਰਾਜ ਪੁੱਛਦੇ ਆ ਜੀ ਪੰਡਿਆਂ ਨੂੰ, ਸਮਾਜ ਦੇ ਪ੍ਰੋਤਕਾਰਾਂ ਨੂੰ। ਉਹ ਕੀ ਪੁੱਛਦੇ ਆ? ਜੀ। ਕਹਿੰਦੇ ਸਤਿਯੁਗ ਸਤ, ਜੀ ਤੁਹਾਡੀ ਗੱਲ ਮੈਂ ਮੰਨ ਲੈਣਾ, ਜੀ ਤੁਸੀਂ ਮੈਨੂੰ ਇਹ ਦੱਸੋ ਜੀਵ ਨੇ ਪਾਰ ਕੈਸੇ ਪਾਏ ਵੋਰੇ, ਮੁਕਤੀ ਕਿੱਦਾਂ ਪ੍ਰਾਪਤ ਹੋਣੀ ਆ, ਭਾਵ ਸਾਗਰ ਕਿੱਦਾਂ ਪਾਰ ਕਰਨਾ ਆ, ਪਰਮਾਤਮਾ ਨੂੰ, ਸਤਿਗੁਰੂ ਨੂੰ, ਜੀ ਪਾਰ ਬ੍ਰਹਮ ਨੂੰ, ਜੀ ਪਾਰ ਬ੍ਰਹਮ ਦੇ ਗਿਆਨ ਨੂੰ, ਜੀ ਓਂਕਾਰ ਦੇ ਗਿਆਨ ਨੂੰ ਕਿੱਦਾਂ ਪ੍ਰਾਪਤ ਕਰਨਾ ਆ। ਪ੍ਰਿੰਸੀਪਲ ਸਾਹਿਬ, ਇੱਥੇ ਇੱਕ ਹੋਰ ਗੱਲ ਆਉਂਦੀ ਹੈ ਕਿ ਜੇਕਰ ਸਤਿਗੁਰੂ ਰਵਿਦਾਸ ਮਹਾਰਾਜ ਨੇ ਆਪਣੀ ਬਾਣੀ ਵਿੱਚ ਫਰਮਾਇਆ ਕਿ ਸਤਯੁਗ ਵਿੱਚ ਸੱਚ ਬੋਲਣ ਦੀ ਤੇ ਤ੍ਰੇਤੇ ਵਿੱਚ ਜਗ, ਹਰੇਕ ਯੁੱਗ ਦੀ ਆਪਣੀ ਆਪਣੀ ਪ੍ਰਧਾਨਤਾ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਦੱਸੀ, ਪਰ ਜਗਿਆਸੂ ਆਤਮਾਵਾਂ ਨੂੰ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਕੀ ਉਪਦੇਸ਼ ਬਖਸ਼ਿਸ਼ ਕਰਦੀ ਆ ਕਿ ਜਿਸ ਨਾਲ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋਵੇ, ਕਿ ਜਾਂ ਉਹ ਪਰਮਪਿਤਾ ਪਰਮਾਤਮਾ ਦਾ ਦਰਸ਼ਨ ਹੋ ਸਕੇ। ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਆ, ਰਵਿਦਾਸ ਅਰਾਧੈ ਦੇਵ ਕੋ। ਜੀ ਸਤਿਗੁਰੂ ਕਹਿੰਦੇ ਆ, ਰਵਿਦਾਸ ਅਰਾਧੇ ਦੇਵ ਕੋ, ਜੀ। ਇੱਕ ਮਨ ਹੋਏ ਧਰ ਧਿਆਨ, ਇੱਕ ਮਨ ਚਿਤ ਹੋ ਕੇ, ਸਹਿਜ ਅਵਸਥਾ ਦੇ ਵਿੱਚ ਹੋ ਕੇ, ਜੀ। ਸਾਰੇ ਦੁਨੀਆ ਦੇ ਚਿੰਤਾ ਮੁਕਤਾਵਾਂ ਛੱਡ ਕੇ, ਜੀ ਇੱਕ ਮਨ ਹੋਏ ਧਰ ਧਿਆਨ, ਅਜੱਪਾ ਜਾਪ ਜਪਤ ਰਹੋ। ਜੀ ਸਿੱਧਾ ਮੰਤਰ, ਜੀ ਅਜੱਪਾ ਜਾਪ ਜਪਤ ਰਹੋ, ਸਤਨਾਮ ਸਤਨਾਮ ਰਹੋ, ਸਤਨਾਮ ਸਤਨਾਮ। ਉਹ ਕਹਿੰਦੇ ਸਿਰਫ ਪਰਮਾਤਮਾ ਦਾ ਜਾਪ ਕਰਨਾ, ਸਤਨਾਮ ਸਤਨਾਮ ਸਤਨਾਮ। ਪ੍ਰਿੰਸੀਪਲ ਸਾਹਿਬ, ਮੇਰਾ ਅਗਲਾ ਕੁਐਸਚਨ ਇਹ ਆ ਕਿ ਸੰਗਤਾਂ ਜਾਣਨਾ ਚਾਹੁੰਦੀਆਂ ਹਨ ਕਿ ਜੇਕਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਤਨਾਮ ਦਾ ਉਪਦੇਸ਼ ਬਖਸ਼ਿਸ਼ ਕੀਤਾ, ਪਾਰ ਬ੍ਰਹਮ ਦੀ ਗੱਲ ਕੀਤੀ ਹੈ, ਤੇ ਇਸ ਬਾਰੇ ਜਰਾ ਖੋਲ੍ਹ ਕੇ ਸੰਗਤਾਂ ਨੂੰ ਦੱਸੋ ਕਿ ਗੁਰੂ ਮਹਾਰਾਜ ਆਪਣੀ ਬਾਣੀ ਦੇ ਵਿੱਚ ਪਾਰ ਬ੍ਰਹਮ ਜਾਂ ਸਤਨਾਮ ਬਾਰੇ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਅੰਮ੍ਰਿਤ ਬਾਣੀ ਵਿੱਚ? ਦੇਖੋ, ਸਤਿਗੁਰੂ ਰਵਿਦਾਸ ਮਹਾਰਾਜ ਸਪਸ਼ਟ ਕਰਦੇ ਆ ਜੀ ਕਿ ਮੁਕਤੀ ਦੇ ਲਈ ਜੀ। ਪਾਰ ਬ੍ਰਹਮ ਸਤਨਾਮ ਦਾ ਜਾਪ ਕਰਨਾ ਆ। ਜੀ ਮਹਾਰਾਜ ਦਾ ਸ਼ਬਦ ਵਿੱਚ ਆਉਂਦਾ ਆ, ਓੰਕਾਰ ਹੈ ਸਤਨਾਮ, ਆਦਿ ਅੰਤ ਸਭ ਸਤ, ਰਵਿਦਾਸ ਸਤ ਕੇ ਸਾਹਮਣੇ ਟੇਕਵੇ ਨਹੀਂ ਸਤ। ਪਰ ਉਹ ਤੋਂ ਪਹਿਲਾਂ ਜੀ ਉਹ ਇਸ ਲੜੀ ਦੇ ਵਿੱਚ ਇੱਕ ਗੱਲ ਸਪਸ਼ਟ ਕਰਨਾ ਚਾਹੁੰਦੇ ਆ ਜੀ ਜੀਵ ਲਈ, ਜੀ ਸਾਡੇ ਭਲੇ ਲਈ। ਕਹਿੰਦੇ ਰਵਿਦਾਸ ਹਮਾਰੋ ਰਾਮ ਜੀ ਦਸ਼ਰਥ ਕਰ ਸੁਤ ਨਾਹੀ, ਜੀ ਰਾਮ ਹਮ ਹੂੰ में बस रहे हो, विश्व कदंब में माही। ਜੀ ਅਸੀਂ ਉਸ ਰਾਮ ਦੀ ਪੂਜਾ ਕਰਦੇ ਆ ਜੀ ਜਿਹੜਾ ਸਾਡੇ ਅੰਦਰ ਵਸਿਆ। ਸਾਡਾ ਰਾਮਚੰਦਰ ਦੇ ਨਾਲ, ਜੀ। ਅਯੁੱਧਿਆ ਦੇ ਰਾਮਚੰਦਰ ਦੇ ਨਾਲ, ਜੀ। ਦਸ਼ਰਥ ਦੇ ਪੁੱਤਰ ਰਾਮਚੰਦਰ ਦੇ ਨਾਲ ਜੀ। ਸਾਡਾ ਕੋਈ ਲੈਣਾ ਦੇਣਾ ਨਹੀਂ ਨਹੀਂ ਹੈ। ਠੀਕ ਇਸ ਕਰਕੇ ਮਹਾਰਾਜ ਨੇ ਸਤਨਾਮ ਦਾ, ਜੀ ਜੀ ਮਹਾਰਾਜ ਨੇ ਸਤਨਾਮ ਨੂੰ ਪਾਰ ਬ੍ਰਹਮ ਦਾ ਰੂਪ ਅੰਕ ਕੇ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਲੀਅਰ ਕੀਤੀ ਆ। ਫਿਰ ਉਹ ਕਹਿੰਦੇ ਆ, ਸਰਬ ਵਿਆਪਕ ਰਾਮ ਹੈ, ਜੀ ਜਿਹੜਾ ਸਰਬ ਵਿਆਪਕ ਹੈ, ਸਰਬ ਕਲਾ ਭਰਪੂਰ ਹੈ, ਜੀ ਸਰਬ ਕਲਾ ਸਮਰੱਥ ਹੈ। ਜੀ। ਉਹ ਕਹਿੰਦੇ ਰਵਿਦਾਸ ਹਮਾਰੋ ਰਾਮ ਹੈ, ਨਾ ਕੋ ਇੱਕ ਠਾਮ, ਸਤਿਗੁਰੂ ਸਾਹਿਬ ਸਖਾ ਪਿਆ, ਰਵਿਦਾਸ ਹਮਾਰੋ ਰਾਮ। ਜੀ ਮਹਾਰਾਜ ਕਹਿੰਦੇ
ਸਾਡਾ ਰਾਮ ਸਰਬ ਵਿਆਪਕ ਆ, ਜੀ। ਸਰਬ ਕਲਾ ਭਰਪੂਰ ਆ, ਜੀ। ਸਰਬ ਕਲਾ ਭਰਪੂਰ ਚੱਲ ਰਿਹਾ ਹੈ। ਜੀ। ਕਹਿੰਦੇ ਇਸ ਕਰਕੇ ਸਾਡਾ ਸਤਨਾਮ ਪਾਰ ਬ੍ਰਹਮ ਜਿਹੜਾ ਆ, ਅਸੀਂ ਜਿਹਦੀ ਗੱਲ ਕਰਦੇ ਆ ਉਹ ਸਪਸ਼ਟ ਕਰਨ ਲਈ ਇਹ ਗੱਲ ਅਸੀਂ ਕਰਦੇ ਆ ਕਿ ਦੇਵੀ ਦੇਵਤੇ ਜੀ ਪਾਰ ਬ੍ਰਹਮ ਪਰਮੇਸ਼ਰ ਦੀ ਸਮਾਨਤਾ ਨਹੀਂ ਕਰਦੇ। ਜੀ ਇਸ ਕਰਕੇ ਕਹਿੰਦੇ ਮੈਂ ਕਹਿੰਦਾ ਆ ਜੀ ਬ੍ਰਹਮਾ ਇਸ ਗੱਲ ਨੂੰ ਕਲੀਅਰ ਕਰਨ ਦੇ ਲਈ ਜੀ। ਸਤਿਗੁਰੂ ਰਵਿਦਾਸ ਮਹਾਰਾਜ ਦੇ ਪਰਮ ਪ੍ਰੇਮੀ ਜੀ ਨੇ ਕਈ ਸੰਤਾਂ ਨੇ ਇਹ ਗੱਲ ਨੂੰ ਕਲੀਅਰ ਕਰਨ ਦਾ ਹੋਰ ਵੀ ਕਲੀਅਰ ਕੀਤਾ। ਉਹ ਕਹਿੰਦੇ ਆ ਦਾਦੂ ਦਿਆ ਦੀ ਗੱਲ ਕਰਦੇ ਆ, ਜੀ ब्रह्मा का वेद जी विष्णु की मूर्ति जी पूजे सब संसारा, जी अरे महादेव की सेवा लागे कहाँ है सिरजनहारा। ਕਹਿੰਦੇ ਹੋ ਤੁਸੀਂ ਇਹਨਾਂ ਦੀਆਂ ਗੱਲਾਂ ਕਰਦੇ ਆ, ਅਸੀਂ ਉਸ ਪਾਰ ਬ੍ਰਹਮ ਦੀ ਗੱਲ ਕਰਦੇ ਆ ਜਿਹੜਾ ਇਹਨਾਂ ਦਾ ਸਿਰਜਣਹਾਰਾ ਹੈ। ਜੀ ਜੀ ਸਮਝੇ ਗੱਲ ਨਾ? ਜੀ ਜੀ ਅੱਛਾ ਜੀ, ਇਸ ਪ੍ਰਿੰਸੀਪਲ ਸਾਹਿਬ ਇੱਕ ਗੱਲ ਹੋਰ ਹੈ, ਹਾਂ ਸਾਨੂੰ ਸੰਗਤਾਂ ਨੂੰ ਸਾਰੀਆਂ ਨੂੰ ਇਹ ਦੱਸੋ ਕਿ ਮਹਾਰਾਜ ਜੀ ਆਪਣੀ ਬਾਣੀ ਵਿੱਚ ਇਹ ਸਾਨੂੰ ਗਿਆਨ ਕਿੱਥੋਂ ਪ੍ਰਾਪਤ ਹੋਵੇ, ਇਸ ਬਾਰੇ ਕੀ ਮਾਰਗਦਰਸ਼ਨ ਕਰਦੇ ਹਨ ਕਿ ਇਹ ਜੋ ਸਾਰਾ ਗਿਆਨ ਹੈ ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਸਾਨੂੰ ਉਸ ਅਕਾਲ ਪੁਰਖ ਜਾਂ ਪਰਮਪਿਤਾ ਪਰਮਾਤਮਾ ਦੀ ਹੀ ਭਗਤੀ ਕਰਨੀ ਚਾਹੀਦੀ ਹੈ, ਕਿ ਜਿਹੜੇ ਦੇਵੀ ਦੇਵਤੇ ਇਹਨਾਂ ਦਾ ਰੁਤਬਾ ਉਸ ਅਕਾਲ ਪੁਰਖ ਤੋਂ ਛੋਟਾ ਹੈ ਕਿ ਪਰਮਪਿਤਾ ਪਰਮਾਤਮਾ ਕੁਝ ਹੋਰ ਚੀਜ਼ ਹੈ। ਦੇਖੋ ਓੰਕਾਰ ਹੈ ਸਤਨਾਮ, ਜੀ। ਜਿਹਨੂੰ ਬਾਣੀ ਦੇ ਵਿੱਚ ਏਕ ਓੰਕਾਰ ਸਤਨਾਮ ਕਿਹਾ ਗਿਆ। ਜੀ ਜੀ ਇਹ ਸ੍ਰੀ ਗੁਰੂ ਰਵਿਦਾਸ ਜੀ ਦੀ ਧਾਰਨਾ ਨੂੰ ਅਡਾਪਟ ਕੀਤਾ ਗਿਆ ਹੈ। ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਆ ਕਿ ਜਿਹੜਾ ਸਤਨਾਮ ਆ ਜੀ ਜੀ ਉਹ ਪਾਰ ਬ੍ਰਹਮ ਆ, ਜੀ ਬਿਲਕੁਲ ਓੰਕਾਰ ਆ ਜਿਹੜਾ ਓੰਕਾਰ ਹੈ, ਓੰਕਾਰ ਜਿਹੜਾ ਆ ਉਹ ਪਾਰ ਬ੍ਰਹਮ ਦਾ ਸਕ੍ਰਿਆ ਰੂਪ ਆ। ਜੀ ਕਿਹਾ ਜਾ ਸਕਦਾ ਕਿ ਥਲੜੀ ਮੰਜ਼ਲ ਆ। ਥੱਲੇਲੀ ਮੰਜ਼ਲ ਆ। ਠੀਕ ਹੈ। ਜਿਹੜੇ ਸਤਨਾਮ ਆ ਜੀ ਉਹਨੂੰ ਅਸੀਂ ਪਾਰ ਬ੍ਰਹਮ ਕਹਿੰਦੇ ਆ। ਜੀ। ਜਿਹੜਾ ਪਾਰ ਬ੍ਰਹਮ ਆ ਉਹ ਸਿਰ ਸਦਾਈ ਜਿਹਨੂੰ ਸੁੰਨ ਅਵਸਥਾ ਕਹਿੰਦੇ ਆ, ਜੀ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਜਾ ਕੇ ਜਿਹਨੂੰ ਜਿੱਥੋਂ ਬ੍ਰਹਮ ਗਿਆਨ ਜਾਂ ਜਿਹੜਾ ਇੱਕ ਜਿਹਨੂੰ ਅਸੀਂ ਬ੍ਰਹਮ ਗਿਆਨ ਕਹਿੰਦੇ ਆ, ਜੀ ਜੀ ਉਹ ਜਿਹੜਾ ਸਤਨਾਮ ਆ, ਸਤਨਾਮ ਦਾ ਜਾਪ ਪਰਮ ਪਿਤਾ ਪਰਮਾਤਮਾ ਦਾ ਜਾਪ ਆ। ਜਦੋਂ ਅਸੀਂ ਕਹਿੰਦੇ ਕਹੋ ਰਵਿਦਾਸ ਨਾਮ ਤੇ ਰਵਾਰਦੀ, ਸਤਨਾਮ ਹੈ ਹਰ ਭੋਗ ਤੇ ਹਾਰੇ, ਜੀ, ਜੀ। ਇਹਦਾ ਮਤਲਬ ਇਹ ਆ ਅਸੀਂ ਪਾਰ ਬ੍ਰਹਮ ਪਰਮੇਸ਼ਰ ਨੂੰ ਯਾਦ ਕਰਦੇ ਆ। ਜੀ ਆਪ ਜੀ ਦੇ ਕਹਿਣ ਦਾ ਮਤਲਬ ਹੈ ਕਿ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਵਿੱਚ ਇਹ ਸਮਝਾਇਆ ਕਿ ਜੋ ਸਤਨਾਮ ਹੈ ਉਹ ਸੱਚਖੰਡ ਵਾਸੀ ਸਤਨਾਮ ਪ੍ਰਮਾਤ ਕੁੱਲ ਮਾਲਕ ਹੈ, ਤੇ ਜੋ ਬ੍ਰਹਮ ਹੈ ਉਹ ਇਸ ਸ੍ਰਿਸ਼ਟੀ ਦਾ ਰਚੈਤਾ ਹੈ, ਲੇਕਿਨ ਬ੍ਰਹਮ ਦੀ ਉਤਪਤੀ ਸਤਨਾਮ ਵਿੱਚੋਂ ਹੋਈ ਹੈ। ਸਤਨਾਮ ਇਸ ਕਰਕੇ ਗੁਰੂ ਰਵਿਦਾਸ ਜੀ ਮਹਾਰਾਜ ਸਾਨੂੰ ਸਤਨਾਮ ਦਾ ਉਪਦੇਸ਼। ਜੇ ਮੈਂ ਇਹਨੂੰ ਹੋਰ ਗੱਲ ਨੂੰ ਕਲੀਅਰ ਕਰਾਂ ਤੁਹਾਡੇ ਨੂੰ, ਜੀ ਜੀ ਮਹਾਰਾਜ ਕਹਿੰਦੇ ਆ ਓੰਕਾਰ ਹੈ ਸਤਨਾਮ, ਜੀ ਆਦ ਅੰਤ ਸਭ ਸਤ, ਜੀ ਜੀ ਰਵਿਦਾਸ ਸਤ ਕੇ ਸਾਮੂਹੇ ਜੀ ਟਿਕਵੇ ਨਹੀਂ ਅਸਤ। ਸਤ ਜੀ ਜੀ ਜਿਹੜੀ ਦੁਨੀਆ ਦੀ ਜਾਂ ਤਾਂ ਵਿਮਾਨ ਆ, ਜੀ। ਦੁਨੀਆ ਦੀ ਵਿਚਾਰਧਾਰਾ ਆ, ਜੀ ਜੀ ਇਹ ਥੱਲੇ ਆ, ਜੀ ਇਹ ਅਸਥਾਈ ਆ। ਜੀ ਜੀ ਜਿਹੜਾ ਓੰਕਾਰ ਆ, ਜੀ ਜੀ ਜਿਹੜਾ ਸ੍ਰਿਸ਼ਟੀ ਦਾ ਕਰਤਾ ਆ, ਜੀ। ਜਿਹੜਾ ਸ੍ਰਿਸ਼ਟੀ ਤੋਂ ਚਲਾਉਂਦਾ ਆ, ਜੀ ਜੀ ਉਹ ਸਤਨਾਮ ਦਾ ਹਿੱਸਾ ਆ। ਜੀ ਜਿਹੜਾ ਸਤਨਾਮ ਆ ਜੀ ਜੀ ਉਹ ਹਮੇਸ਼ਾ ਹੀ ਆਦ ਸੱਚ ਵੀ ਆ, ਜੀ ਜੀ ਉਹ ਜੁਗਾਦ ਸੱਚ ਵੀ ਆ। ਜੀ ਉਹ ਸਭ ਮੈਂ ਆਦ ਜੁਗਾਦ ਸਭ ਸਤ। ਜੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਰਵਿਦਾਸ ਸਤ ਕੇ ਸਾਮ ਹੈ, ਜੀ। ਜਿੱਥੇ ਸਤ ਹੈ, ਜੀ ਜਿੱਥੇ ਸਚਾਈ ਆ, ਜੀ ਜਿੱਥੇ ਪਰਮਾਤਮਾ ਦਾ ਨਾਮ ਆ, ਜੀ। ਜਿੱਥੇ ਪਾਰ ਬ੍ਰਹਮ ਦਾ ਗਿਆਨ ਆ, ਜੀ ਉਹਦੇ ਸਾਹਮਣੇ ਕੋਈ ਬੰਦਾ ਟਿਕ ਨਹੀਂ ਸਕਦਾ, ਜੀ। ਉਹਨੂੰ ਕੋਈ ਬੰਦਾ ਝੁਠਲਾ ਨਹੀਂ ਸਕਦਾ। ਜੀ ਜੀ ਪ੍ਰਿੰਸੀਪਲ ਸਾਹਿਬ, ਇਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਸੇ ਕਰਕੇ ਇਹ ਸ਼ਬਦ ਉਚਾਰਿਆ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਿ ਜਿਹੜੀਆਂ ਜਗਿਆਸੂ ਰੂਹਾਂ ਜਾਂ ਪਰਮ ਪੁਰਸ਼ ਸਤਪੁਰਸ਼ ਸੰਤ ਜਨ ਹਨ, ਇਹ ਆਪਣਾ ਜੀਵਨ ਉਸ ਪਰਮ ਸਤ ਨੂੰ ਜਾਣਦੇ ਹੋਏ ਉਸੇ ਦੇ ਹੀ ਲੇਖੇ ਲਗਾ ਦਿੰਦੇ ਹਨ। ਇਸ ਬਾਰੇ ਤੁਸੀਂ ਕੀ ਵਿਚਾਰ ਦੱਸਣਾ ਚਾਹੋਗੇ ਸੰਗਤਾਂ ਨੂੰ? ਜਿੱਦਾਂ ਪਹਿਲੀ ਗੱਲ ਆਈ ਆ, ਇਹ ਜੀਵਨ ਜਿਹੜਾ ਆ, ਜਦੋਂ ਅਸੀਂ ਸੋਚਦੇ ਆ ਕਿ ਜੀਵਨ ਜੀਵ ਪੈਦਾ ਹੋਇਆ, ਜੀ ਜੇ ਸਿਮਰਨ ਨਹੀਂ ਕਰਦਾ ਉਹ ਪੈਦਾ ਨਹੀਂ ਹੋਇਆ। ਜੀ 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 ਇਹ ਜਿਹੜੀ ਲਾਈਨ ਮਹਾਰਾਜ ਨੇ ਦਿੱਤੀ ਆ, ਜੀ ਦਰਅਸਲ ਦੇ ਵਿੱਚ ਜੀ ਇਹ ਗੁਰੂ ਦਾ ਗਿਆਨ ਆ। ਜੀ ਜੀ ਇਹ ਜਿਹੜਾ ਜੀਵਨ ਆ ਇਹ ਗੁਰੂ ਦਾ ਗਿਆਨ ਜਪਣ ਨੂੰ ਮਿਲਿਆ। ਜੀ ਜੀ ਇਹ ਜਿਹੜਾ ਜੀਵਨ ਆ ਇਹ ਗੁਰੂ ਦਾ ਗਿਆਨ ਜਪ ਕੇ ਜੀਵਨ ਨੂੰ ਸੱਚਾ ਕਰਨੇ ਨੂੰ ਮਿਲਿਆ।
ਜੀ ਜੀ ਅਸੀਂ ਕਹਿੰਦੇ ਆ ਨਾ ਸਤਿਗੁਰੂ ਮਹਾਰਾਜ ਦਾ ਸ਼ਬਦ ਹਮਸਰ ਦੀਨ ਦਿਆਲ ਨਾ ਤੁਮ ਸਰ ਆਪ ਤਿਆਰ ਕਰ ਕੀਜੇ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ ਹਮ ਬਲ ਬਲ ਜਾਉ ਰਮਈਆ ਕਾਰਨ ਕਉ ਨ ਬੋਲ ਰਾਓ ਜੀ। ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ। ਬਿਲਕੁਲ ਜੀ ਬਿਲਕੁਲ। ਸਤਿਗੁਰੂ ਰਵਿਦਾਸ ਕਹਿੰਦੇ ਬਹੁਤ ਜਨਮ ਹੋ ਗਏ ਆ ਸਾਨੂੰ ਜੀ ਜੀ ਤੁਹਾਤੋਂ ਵਿਛੜਿਆ ਨੂੰ। ਜੀ ਇੱਥੋਂ ਸਪਸ਼ਟ ਹੁੰਦਾ ਕਿ ਸਤਿਗੁਰੂ ਮਹਾਰਾਜ ਦੇ ਪ੍ਰਮਾਤਮਾ ਇੱਕ ਸੀ ਪਹਿਲਾਂ, ਜੀ ਜੀ ਫਿਰ ਇਹ ਵਿਛੜੇ ਤੇ ਮਹਾਰਾਜ ਕਹਿੰਦੇ ਆ ਇਹ ਜਿਹੜਾ ਜਨਮ ਆ ਜੀ। ਇਹ ਅਸੀਂ ਤੇਰੇ ਲੇਖੇ ਲਾ ਦਿੱਤਾ। ਜੀ ਬਿਲਕੁਲ ਜੀ ਬਿਲਕੁਲ। ਅਸੀਂ ਇਸ ਜੀਵਨ ਦੇ ਵਿੱਚ ਜੀ ਤੇਰੀ ਭਗਤੀ ਤੋਂ ਬਗੈਰ ਜੀ। ਕੋਈ ਤਪ, ਕੋਈ ਤਪੱਸਿਆ, ਜੀ ਕੋਈ ਪਖੰਡ, ਜੀ। ਕੋਈ ਮੰਗਣ ਦਾ, ਜੀ। ਕੋਈ ਰਹਿਤ ਮਰਜ਼ਾਦਾ ਦਾ ਦੂਜਾ ਨਹੀਂ। ਅਸੀਂ ਇੱਕੋ ਹੀ ਜੀਵਨ ਦੇ ਲਿਆਤਾ। ਅਸੀਂ ਸਹਿਜ ਅਵਸਥਾ ਦੇ ਰਾਹੀਂ ਜੀ। ਗੁਰੂ ਦੇ ਗਿਆਨ ਨੂੰ, ਜੀ। ਜਿਹੜਾ ਗੁਰੂ ਦਾ ਗਿਆਨ ਆ ਉਹਨੂੰ ਅਸੀਂ ਜਪਣ ਦੇ ਲਈ ਜੀ ਇਹ ਜੀਵਨ ਜਿਹੜਾ ਆ ਉਹ ਸਾਰੇ ਦਾ ਸਾਰਾ ਤੈਨੂੰ ਸਮਰਪਿਤ ਕਰ ਦਿੱਤਾ। ਜੀ। ਤੇ ਔਰ ਜਿਹੜਾ ਮੇਨ ਗੱਲ ਆ ਜੀ ਮਹਾਰਾਜ ਕਹਿੰਦੇ ਆ ਹਉ ਬਣ ਜਾਣੋ ਰਾਮ ਕੋ ਸਹਿਜ ਕਰੋ ਵਪਾਰ ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ ਜੀ। ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਬਤਾਰ। ਜੀ ਬਿਲਕੁਲ ਜੀ। ਮਹਾਰਾਜ ਕਹਿੰਦੇ ਇਸੇ ਕਰਕੇ ਮੈਂ ਸੰਸਾਰ ਨੂੰ ਕਹਿੰਦਾ ਜੀ। ਘੱਟ ਵੀ ਘੱਟ ਡੂੰਗਰ ਕਰਾਂ ਇੱਕ ਨਿਰਗੁਣ ਵੈਲ ਹਮਾਰ ਰਵਈਓ ਸੇ ਇੱਕ ਬੇਨਤੀ ਮੇਰੀ ਪੂੰਜੀ ਰੱਖ ਮਰਾਰ ਹੋ ਬਣ ਜਾਣੋ ਰਾਮ ਕੋ ਸਹਿਜ ਕਰੋ ਵਪਾਰ। ਜੀ ਕਹਿੰਦੇ ਸਹਿਜ ਅਵਸਥਾ ਦੇ ਵਿੱਚ ਜੀ ਸਹਿਜੇ ਸਹਿਜੇ ਜੀ ਆਰਾਮ ਦੇ ਨਾਲ ਜੀ ਕਿਸੇ ਕਾਹਲੀ ਨੂੰ ਹੀ ਨਹੀਂ ਕਰਨੀ। ਜੀ ਤੁਸੀਂ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਸਹਿਜੇ ਸਹਿਜੇ ਕਰੋ। ਇਹ ਜਿਹੜੀ ਦੁਨੀਆ ਨੇ ਜ਼ਹਿਰ ਲੱਦੀ ਹੋ ਆ, ਜੀ। ਜਿਹੜੀ ਦੁਨੀਆ ਜ਼ਹਿਰ ਇਕੱਠੀ ਕਰੀ ਜਾਂਦੀ ਵਿਸ਼ੇ ਵਿਕਾਰਾਂ ਦੀ, ਜੀ ਜੀ ਤੁਹਾਨੂੰ ਆਪਣੇ ਆਪ ਇਹ ਤੋਂ ਜਿਹਨੂੰ ਕਹਿੰਦੇ ਆ ਜਿੱਦਾਂ ਅੰਦਰ ਦੀਵਾ ਜਾਲਦੇ ਆ, ਜਿੱਦਾਂ ਹੀ ਦੀਵਾ ਜਗਦਾ ਆ ਹੌਲੀ ਹੌਲੀ ਹਨੇਰਾ ਬਾਹਰ ਚਲੇ ਜਾਂਦਾ ਹੈ। ਕਿੱਦਾਂ ਚਲੇ ਜਾਂਦਾ? ਕਿਉਂਕਿ ਦੀਵੇ ਦਾ ਗਿਆਨ, ਅੰਦਰੋਂ ਮਨ ਦਾ, ਅੰਤਰਾਤਮਾ ਦਾ ਗਿਆਨ, ਜੀ। ਆਤਮਾ ਪਰਮਾਤਮਾ ਦਾ ਮਿਲਾਪ ਦਾ ਗਿਆਨ, ਜਿੱਦਾਂ ਹੀ ਅੰਦਰ ਪ੍ਰਕਾਸ਼ ਹੁੰਦਾ ਆ ਉਹ ਜਿਹੜਾ ਹਨੇਰਾ ਆ ਮਹਾਰਾਜ ਕਹਿੰਦੇ ਉਹ ਚਲੇ ਜਾਂਦਾ ਹੈ। ਉਹ ਖਤਮ। ਤੇ ਇਹ ਤੁਹਾਨੂੰ ਮਿਲਣਾ ਕਿੱਥੋਂ ਆ? ਜੀ। ਤਪਣ ਤਪ ਗੁਰ ਗਿਆਨ। ਜੀ ਮਹਾਰਾਜ ਕਹਿੰਦੇ ਆ ਤਪਣ ਤਪ ਗੁਰ ਗਿਆਨ ਦੇ ਧਾਰਨੀ ਸਤਿਗੁਰੂ ਦੇ ਨਾਮ ਦੇ ਬਣਜਾਰੇ। ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਆ ਜੀ ਸੰਤ ਤੁਜੀ ਤਨ ਸੰਗਤ ਪ੍ਰਾਣ। ਜੀ ਸੰਤ ਜਿਹੜਾ ਆ ਇਹ ਸੰਤ ਤੋਂ ਮਿਲਣਾ। ਸੰਤ ਜਿਹੜਾ ਆ ਇਹ ਤੇਰੇ ਪ੍ਰਾਣ ਆ। ਜੀ ਜੀ ਸੰਤ ਜਿਹੜਾ ਇਹ ਤੇਰੀ ਸੰਗਤ ਦੇ ਪ੍ਰਾਣ ਆ। ਜੀ। ਸਤਿਗੁਰੂ ਗਿਆਨ, ਸੰਤ ਕਹਿੰਦੇ ਮੈਨੂੰ ਸਤਿਗੁਰੂ ਦੇ ਗਿਆਨ ਤੋਂ, ਜੀ ਜੀਵ ਨੂੰ ਗੁਰੂ ਦੇ ਗਿਆਨ ਤੋਂ ਪਤਾ ਲੱਗਦਾ। ਸੰਤ ਦੇਵਾ ਦੇਵ, ਜੀ। ਸੰਤ ਜਿਹੜਾ ਪਰਮਪਿਤਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਸਤਨਾਮ ਦਾ ਜਾਪ ਕਰਦਾ ਆ ਜੀ ਉਹ ਦੁਨਿਆਵੀ ਦੇਵੀ ਦੇਵਤਿਆਂ ਤੋਂ, ਜੀ। ਦੇਵਾਂ ਦੇ ਦੇਵ ਤੋਂ ਵੀ ਹੂੰ। ਉੱਤੇ ਹੁੰਦਾ ਆ। ਤੇ ਜਿਹੜਾ ਬ੍ਰਹਮ ਗਿਆਨੀ ਆ ਉਹ ਆਪ ਪਰਮੇਸ਼ਰ ਹੁੰਦਾ ਹੈ। ਜੀ ਬਿਲਕੁਲ। ਆਪ ਜੀ ਦੇ ਕਹਿਣ ਦਾ ਮਤਲਬ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪੂਰਨ ਸੰਤਾਂ ਦੀ ਸੰਗਤ ਕਰਨ ਲਈ ਪ੍ਰੇਰਣਾ ਦਿੰਦੀ ਹੈ। ਪਰ ਇੱਕ ਕੁਐਸਚਨ ਹੋਰ ਸੰਗਤਾਂ ਜਾਣਨਾ ਚਾਹੁੰਦੀਆਂ ਹਨ ਆਪ ਜੀ ਪਾਸੋਂ ਕਿ ਜਿਹੜੀ ਇਹ ਪਰਮਪਿਤਾ ਪਰਮਾਤਮਾ ਨੂੰ ਪ੍ਰਾਪਤੀ ਵਾਸਤੇ ਸੰਤਾਂ ਦੀ ਸੰਗਤ ਦੀ ਗੱਲ ਤੁਸੀਂ ਬੜੇ ਵਧੀਆ ਢੰਗ ਦੇ ਨਾਲ ਸੰਗਤਾਂ ਨੂੰ ਦੱਸੀ ਹੈ। ਇੱਕ ਗੱਲ ਹੋਰ ਸੰਗਤਾਂ ਜਾਣਨਾ ਚਾਹੁੰਦੀਆਂ ਹਨ ਕਿ ਪ੍ਰੇਮਾ ਭਗਤੀ ਕਰਦੇ ਹੋਏ ਗੁਰੂ ਰਵਿਦਾਸ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹੜੀ ਰਹਿਤ ਮਰਿਆਦਾ ਕਾਇਮ ਕੀਤੀ ਹੈ ਜੀ? ਪ੍ਰੇਮਾ ਭਗਤੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਪ੍ਰੇਮ ਸਹਿਤ ਭਗਤੀ ਕਰਨੀ ਆ। ਜੀ ਜੀ ਪ੍ਰੇਮ ਸਹਿਤ ਦਾ ਮਤਲਬ ਕੀ ਆ? ਜੀ ਮਹਾਰਾਜ ਕਹਿੰਦੇ ਦੇਹਰਾ ਔਰ ਮਸੀਤ ਮੈਂ ਰਵਿਦਾਸ ਨਾ ਸੀਸ ਨਵਾਏ। ਜੀ ਤੁਸੀਂ ਪ੍ਰਮਾਤਮਾ ਨੂੰ ਯਾਦ ਕਰਨਾ, ਜੀ ਉਹਦੇ ਚਰਨਾਂ ਨਾਲ ਜੁੜਨਾ। ਜੀ ਜੀ ਦੇਰਾ ਔਰ ਮਸੀਤ ਮੈਂ ਰਵਿਦਾਸ ਨਾ ਸੀਸ ਨਵਾਏ ਜੇ ਲਓ ਸੀਸ ਨਵਾਵਨਾ ਜੀ ਸੋ ਠਾਕਰ ਸਭ ਥਾਏ। ਜੀ ਕਹਿੰਦੇ ਪ੍ਰੇਮਾ ਭਗਤੀ ਕਰਦਿਆਂ ਤੁਸੀਂ ਇੱਕ ਦਿਲ ਦੇ ਵਿੱਚ ਗੱਲ ਬਣਾ ਕੇ ਰੱਖਣੀ ਆ। ਜੀ ਇਹ ਗੱਲ ਮਹਿਸੂਸ ਕਰਨੀ ਆ ਜੀ ਕਿ ਜਿਸ ਪਰਮਾਤਮਾ ਨੂੰ ਸੀਸ ਨਿਭਾਉਣਾ ਆ ਜੀ ਉਹ ਨਾ ਮੰਦਿਰ ਵਿੱਚ ਆ, ਜੀ ਨਾ ਉਹ ਮਸਜਿਦ ਵਿੱਚ ਆ, ਜੀ ਨਾ ਉਹ ਡੇਰੇ ਵਿੱਚ ਆ। ਜੀ ਜਿਹਨੂੰ ਸੀਸ ਨਿਭਾਉਣਾ ਉਹ ਦੇਵਤਾ ਜਿਹੜਾ ਹੈ ਉਹ ਸੋ ਠਾਕਰ ਸਭ ਥਾਏ। ਜੀ। ਉਹ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਬਿਰਾਜਮਾਨ ਆ। ਉਹ ਜਿੱਥੇ ਤੁਸੀਂ ਬੈਠੇ ਆ ਉਹ ਸ੍ਰਿਸ਼ਟੀ ਦਾ ਹਿੱਸਾ ਆ। ਪਰਮਾਤਮਾ ਉੱਥੇ ਵੀ ਬਿਰਾਜਮਾਨ ਹੈ। ਜੀ ਜੇ ਤੁਸੀਂ ਅੱਗੇ ਚੱਲਦੇ ਆ ਤੇ ਪਰਮਾਤਮਾ ਉੱਥੇ ਵੀ ਬਿਰਾਜਮਾਨ ਆ। ਜੀ। ਜੇ ਕਿਸੇ ਗੁਰਦੁਆਰੇ ਮੰਦਿਰ 'ਚ ਬਹਿੰਦੇ ਪਰਮਾਤਮਾ ਉੱਥੇ ਵੀ ਬਿਰਾਜਮਾਨ ਆ। ਜੀ। ਪਰ ਪਰਮਾਤਮਾ ਹਰ ਜਗ੍ਹਾ ਬਿਰਾਜਮਾਨ ਆ। ਜੀ ਤੁਸੀਂ ਜਿੱਥੇ ਬਹਿ ਕੇ ਪ੍ਰੇਮਾ ਭਗਤੀ ਕਰਨੀ, ਜਿੱਥੇ ਬਹਿ ਕੇ ਉਹਦੇ ਨਾਲ ਜੁੜਨਾ ਆ, ਜੀ। ਜਿੱਥੇ ਉਹਦੇ ਦੂਜੇ ਨਾਲ ਚੱਲਣਾ ਆ, ਬਾਸਨਾਵਾਂ ਦਾ ਤਿਆਗ ਕਰਨਾ ਆ, ਜੀ ਵਿਕਾਰਾਂ ਦਾ ਤਿਆਗ ਕਰਨਾ ਆ। ਜੀ। ਉਹ ਕਹਿੰਦੇ ਜਿਹੜਾ ਸੱਚ ਬੋਲਣਾ ਆ, ਤੁਸੀਂ ਇਸ ਚੀਜ਼ਾਂ ਨੂੰ ਆਪਣੇ ਅੰਦਰ
ਬਣਾ ਕੇ ਰੱਖਣਾ ਆ ਤਾਂ ਕਿ ਜਿਹੜਾ ਜੀਵ ਆ ਇਸ ਅਵਸਥਾ ਦੇ ਵਿੱਚ ਵਿਚਰੇ ਜੀ ਕਿ ਮੇਰਾ ਪ੍ਰਮਾਤਮਾ ਮੇਰੇ ਅੰਗ ਸੰਗ ਆ, ਜੀ ਹੋਰ ਮੇਰਾ ਧਿਆਨ ਕਿਸੇ ਵੱਲ ਨਹੀਂ ਜਾਂਦਾ। ਜੀ ਇਸ ਦਾ ਮਤਲਬ ਪ੍ਰਿੰਸੀਪਲ ਸਾਹਿਬ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਅੱਜ ਤੋਂ ਬਹੁਤ ਸਮਾਂ ਪਹਿਲਾਂ ਜਿਸ ਤਰ੍ਹਾਂ ਜਾਤ ਵਰਨ ਵਿਵਸਥਾ ਨੂੰ ਵੀ ਤੋੜ ਦਿੱਤਾ, ਇਸ ਦਾ ਵੀ ਖੰਡਨ ਕੀਤਾ, ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਯੂਨੀਵਰਸਲ ਪਰਮਾਤਮਾ ਦੀ ਗੱਲ ਕੀਤੀ ਕਿ ਪਰਮਪਿਤਾ ਪਰਮਾਤਮਾ ਇੱਕ ਹੈ ਤੇ ਉਹ ਸਾਰਿਆਂ ਦਾ ਸਾਂਝਾ ਹੈ। ਹੁਣ ਸੰਗਤਾਂ ਇਹ ਗੱਲ ਜਾਣਨਾ ਚਾਹੁੰਦੀਆਂ ਹਨ ਕਿ ਇਹ ਤਾਂ ਸਾਡੀ ਪਰਮਾਰਥੀ ਵਿਚਾਰ ਸੀ ਜਿਹੜੀ ਤੁਸੀਂ ਸੰਗਤਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਦੱਸੀ ਕਿ ਜੀਵਨ ਦੇ ਵਿੱਚ ਆਪਣੇ ਪਰਮਾਰਥੀ ਸਿੱਖਿਆ ਦੇ ਨਾਲ ਨਾਲ ਕਿਰਤ ਔਰ ਬਿਨਾਂ ਵੀ ਜੀਵਨ ਅਧੂਰਾ ਹੈ। ਕਿਰਤ ਸੁੱਚੀ ਸੁੱਚੀ ਕਿਰਤ ਕਰਨ ਵਾਸਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਵਿੱਚ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਇਸ ਬਾਰੇ ਸੰਗਤਾਂ ਨੂੰ ਜ਼ਰੂਰ ਚਾਨਣਾ ਪਾਓ ਜੀ। ਸਤਿਗੁਰੂ ਰਵਿਦਾਸ ਮਹਾਰਾਜ ਕਿਰਤ ਦੇ ਪ੍ਰਤੀ ਜੀ ਆਪਣੇ ਵਿਸ਼ੇਸ਼ ਪ੍ਰਵਚਨ ਜਿਹੜੇ ਆ ਜੀ, ਜੀ। ਉਹਨਾਂ ਦੇ ਰਾਹੀਂ ਜੀ। ਜੀਵ ਨੂੰ ਇੱਕ ਮਾਰਗਦਰਸ਼ਨ ਦਿੰਦੇ ਆ। ਜੀ ਜੀ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤੂੰ ਇਹ ਗੱਲ ਚੇਤੇ ਰੱਖਣੀ ਆ, ਜੀ ਜੀਵ ਨੂੰ ਕਹਿੰਦੇ ਆ ਜੀ। ਜਦੋਂ ਭਗਤੀ ਤੇ ਬੈਠਣਾ ਹੈ, ਜੀ। ਜਿਨ੍ਹਾਂ ਨੇ ਭਗਤੀ ਕਰਨੀ ਆ ਜੀ ਕੀ ਕਹਿੰਦੇ ਆ ਉਹ ਕਹਿੰਦੇ ਸਤ ਸੰਤੋਖ ਜੀ। ਔਰ ਸਦਾਚਾਰ ਜੀ ਜੀਵਨ ਕੋ ਆਧਾਰ। ਜੀ ਬਿਲਕੁਲ ਕਹਿੰਦੇ ਤੂੰ ਇਹ ਚੇਤੇ ਰੱਖਣਾ ਦਿਲ 'ਚ, ਜੀ ਸਤ ਸਚਾਈ ਸੱਚਾਈ ਸੰਤੋਖ ਵੀ ਜੋ ਮੈਨੂੰ ਮਿਲ ਗਿਆ ਉਸ ਵਿੱਚ ਸ਼ੁਕਰ। ਮੈਂ ਉਹਦੇ ਵਿੱਚ ਸ਼ੁਕਰਾਨਾ ਕਰਨਾ ਹੈ। ਜੀ ਕਿੱਦਾਂ ਕਹਿੰਦੇ ਆ ਨਾ, ਹੱਥ ਕਾਰ ਵੱਲ ਜੀ ਮਨ ਕਰਤਾਰ ਵੱਲ, ਵਾਹ ਜੀ ਹੱਥ ਕਾਰ ਵੱਲ ਜੀ ਜੀ ਮਨ ਕਰਤਾਰ ਵੱਲ। ਜੀ ਜੀ ਕਹਿੰਦੇ ਤੂੰ ਇਹ ਚੇਤੇ ਨਹੀਂ ਰੱਖਣਾ, ਜੀ। ਤੂੰ ਇਹ ਚੇਤੇ ਰੱਖ ਕੇ ਚੱਲਣਾ ਰਵਿਦਾਸ ਭਏ ਨਰ ਦੇਵਤੇ। ਜੀ ਜੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਬਚਨ ਦਿੰਦੇ ਆ, ਜੀ। ਕਹਿੰਦੇ ਉਹ ਇਨਸਾਨ, ਜੀ ਉਹ ਬੰਦੇ, ਜੀ ਉਹ ਨਰ ਜੀ ਦੇਵਤੇ ਬਣ ਜਾਂਦੇ ਆ ਜੀ, ਜੀ। ਜਿਨ ਤਿਆਗੇ ਪੰਜ ਵਿਕਾਰ। ਵਾਹ ਜੀ ਅੱਛਾ ਜੇ ਤੂੰ ਪੰਜਾਂ ਵਿਕਾਰਾਂ ਦੀ ਜੀ ਲੜੀ ਚੋਂ ਨਿਕਲ ਗਿਆ ਜੀ ਜਾਂ ਤੈਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ, ਜੀ। ਆਪਣੇ ਦਰਸ਼ਨ ਬਖਸ਼ਿਸ਼ ਕਰ ਦਿੱਤੇ, ਤੈਨੂੰ ਪਿਆਰ ਨਾਲ ਗਲ ਲਾ ਲਿਆ, ਜੀ। ਤਾਂ ਕਹਿੰਦੇ ਤੂੰ ਨਰ ਨਹੀਂ, ਜੀ ਤੂੰ ਦੇਵ ਆ। ਜੀ ਉਹ ਕਹਿੰਦੇ ਜਦੋਂ ਹੁਣ ਤੂੰ ਜ਼ਿੰਦਗੀ ਬਤੀਤ ਕਰਨੀ ਆ ਜੀ ਬਿਲकुल ਤਾਂ ਜੀਭਾ ਸੇ ਓंकार ਜਪ, ਜੀ ਹੱਥਨ ਸੇ ਕਰ ਕਾਰ, जी ਰਾਮ ਮਿਲेंगे ਕਰ ਆਏ ਕੇ, जी ਕਹਿ ਰਵਿਦਾਸ ਚਮਾਰ। ਸਤਿਗੁਰੂ ਰਵਿਦਾਸ ਮਹਾਰਾਜ जी ਕਿੱਡਾ ਵੱਡਾ, ਕਿੱਡੀ ਵੱਡੀ ਗਾਰੰਟੀ ਦਿੰਦੇ ਆ। जी जी ਜਿਹੜਾ ਪ੍ਰਮਾਤਮਾ ਸਮਕਾਲੀ ਲੋਕਾਂ ਨੇ, ਪੰਡਿਆਂ ਪ੍ਰੋਤਾਂ ਨੇ ਜੀ, ਜੀ। ਉਲਝਾ ਰੱਖਿਆ ਸੀ, जी जी ਜਿਨ੍ਹਾਂ ਨੂੰ ਗਿਆਨ ਦਾ ਨਾਂ ਪਤਾ ਸੀ, जी ਕਦੀ ਦੇਖਿਆ ਨਹੀਂ ਸੀ, ਸੁਣਿਆ ਨਹੀਂ ਸੀ, ਕਿਸੇ ਦੇ ਪਿਤਾ ਪੁਰਖਿਆਂ ਨੇ ਪਾਇਆ ਨਹੀਂ ਸੀਗਾ। जी जी ਮਹਾਰਾਜ ਕਹਿੰਦੇ ਲੈ ਤੂੰ ਮੇਰੇ ਬਚਨਾਂ ਤੇ ਵਿਸ਼ਵਾਸ ਕਰ, जी ਜੀਭਾ ਸੇ ਓंकार ਜਪ, जी ਆਪਣੀ ਰਸਨਾ ਤੋਂ जी ਪਰਮਾਤਮਾ ਦਾ, ਗੁਰੂ ਦੇ ਗਿਆਨ ਦਾ ਜੀ। ਸਿਮਰਨ ਕਰਨਾ ਹੈ जी ਤੇ ਹੱਥਾਂ ਨਾਲ ਕਾਰ ਕਰਨੀ ਆ। जी जी ਕਾਰ ਦੇ ਨਾਲ ਵੀ ਮੈਂ ਕਲੀਅਰ ਗੱਲ ਕਰ ਦਵਾਂ, ਜੀ। ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਕਿਰਤ ਕਰਕੇ ਰੋਟੀ ਖਾਣੀ ਆ। जी बिल्कुल ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਆ ਕਿ ਮੇਰੇ ਸਤਿਗੁਰੂ ਰਵਿਦਾਸ ਜੀ ਦੇ ਇਤਿਹਾਸ ਵਿੱਚ 52 ਪਰਿਵਾਰ ਰਾਜਿਆਂ ਦੇ ਜੀ। ਜਿਹੜੇ ਰਾਜੇ ਸੀ, ਕੀ ਜੀ। ਮਹਾਰਾਜ ਉਹਨਾਂ ਦੇ ਰੋਟੀ ਨਹੀਂ ਸੀ ਖਾ ਸਕਦੇ? जी बिल्कुल ਕਬੀਰ ਸਾਹਿਬ ਕੱਪੜਾ ਬਣਾਉਂਦੇ ਰਹੇ, जी जी ਉਹ ਰਾਜਿਆਂ ਮਹਾਰਾਜਿਆਂ ਦੇ ਲੰਗਰ ਨਹੀਂ ਸੀ ਛਕ ਸਕਦੇ? बिल्कुल जी बिल्कुल ਕਿਆ ਨਾਮਦੇਵ ਜੀ ਲੰਗਰ ਨਹੀਂ ਸੀ ਛਕ ਸਕਦੇ? जी बिल्कुल ਸਤਿਗੁਰੂ ਰਵਿਦਾਸ ਮਹਾਰਾਜ ਨੇ ਕਿਹਾ ਰੋਟੀ ਖਾਣੀ ਆ जी ਕਿਰਤ ਕਰਕੇ, किरत कर ਰੋਟੀ ਖਾਣੀ ਆ ਹੱਥ ਦਾ ਕਮਾਉਣਾ, ਜੀ। ਉਹ ਕਮਾਇਆ ਖਾਣਾ। ਜੀ। ਤੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਜੀਭਾ ਸੇ ਓंकार ਜਪੂਗਾ, ਹੱਥਾਂ ਸੇ ਕਾਰ ਕਰੂਗਾ, ਜੀ। ਕਹਿੰਦੇ ਜਾਂ ਮੈਂ ਵੀ ਗਾਰੰਟੀ ਦਿੰਨਾ ਆ जी ਆਰਾਮ ਮਿਲੇਗੇ ਘਰ ਆ ਕੇ, ਕਹਿ ਰਵਿਦਾਸ ਜਮਾਰ, ਤੇ ਰੱਬ ਉਹਨੂੰ ਘਰ ਆ ਕੇ ਮਿਲੂਗਾ। जी ਤੇ ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਕਹੀ ਆ ਜੀ। ਉਹ ਇਹੀ ਆ ਕਿ ਕਾਰ ਵੱਲ, ਹੱਥ ਕਾਰ ਵੱਲ ਰੱਖਣੇ ਆ, जी जी ਮਨ ਕਰਤਾਰ ਵੱਲ ਰੱਖਣਾ ਆ, जी ਤੇ ਤਰੀਕਾ ਸਹਿਜ ਦਾ ਅਪਣਾਉਣਾ ਆ, जी ਤੇ ਸਿਮਰਨ ਕਰਤਾਰ ਦਾ ਕਰਨਾ। ਇਹਦੇ ਨਾਲ ਇੱਕ ਹੋਰ ਗੱਲ, जी ਮਹਾਰਾਜ ਕਹਿੰਦੇ ਸ਼ਰਮ ਕੋਈ ਸਿਰ ਜਾਣ ਕਰ, जी ਜੋ ਪੂਜੇ ਦਿਨ ਰਹਿਣ। जी रविदास इन्हें संसार में जी मिले सदा सुख चैन। जी ਜਿਹੜੇ ਜੀਵ ਸ਼ਰਮ ਮਿਹਨਤ ਨੂੰ, जी ਹੱਥਾਂ ਦੀ ਮਿਹਨਤ ਨੂੰ, जी बिल्कुल ਹੱਥਾਂ ਦੀ ਕਮਾਈ, ਦਸਾਂ ਨੌਹਾਂ ਦੀ ਕਿਰਤ ਨੂੰ जी जी ਪਰਮਾਤਮਾ ਦਾ ਮੰਨ ਕੇ जी ਕਰਨਗੇ, ਪੂਜਣਗੇ। जी ਰਵਿਦਾਸ ਮਹਾਰਾਜ ਕਹਿੰਦੇ ਉਹਨਾਂ ਬੰਦਿਆਂ ਨੂੰ, ਉਹਨਾਂ ਬੰਦਿਆਂ ਨੂੰ ਸੰਸਾਰ में
ਮਿਲੇ ਸਦਾ ਸੁਖ ਚੈਨ। ਜੀ। ਉਹਨਾਂ ਨੂੰ ਸੁਖ ਚੈਨ ਸ਼ਾਂਤੀ ਮਿਲਣੀ ਆ। ਔਰ ਜਿਹੜੇ ਬੰਦੇ ਬਿਜ਼ਨਸ ਦੇ ਵਿੱਚ ਜੀ ਇੱਕ ਤਰ੍ਹਾਂ ਅਸੀਂ ਕਹਿੰਦੇ ਆ ਪ੍ਰਵੀਨ ਹੋ ਜਾਂਦੇ ਆ, ਜੀ ਉਹ ਫਿਰ ਕਰੋੜਾਂ ਦੇ ਮਗਰ ਲੱਗ ਜਾਂਦੇ ਆ, ਲੱਖਾਂ ਮਗਰ ਲੱਗ ਜਾਂਦੇ ਆ। ਜੀ। ਉਹ ਫਿਰ ਘਰ ਗਵਾ ਲੈਂਦੇ ਆ। ਬਿਜ਼ਨਸ ਦੇ ਵਿੱਚ ਤਾਂ ਵੱਡਾ ਹੋ ਸਕਦਾ, ਜੀ। ਜੀ ਲੇਕਿਨ ਉਹਨੂੰ ਪਰਮਾਰਥ ਵਿੱਚ ਊੜਾ ਐੜਾ ਵੀ ਨਹੀਂ ਆਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਆ ਜੀ ਜੀਵ ਜਿਹੜਾ ਆ ਉਹ ਕਿਰਤ ਦਾ ਧਨੀ ਬਣੇ। ਜੀ। ਜਦੋਂ ਹੁਣ ਉਹਨਾਂ ਨੇ ਆਹ ਗੱਲ ਕਹੀ ਆ ਤੇ ਇਹਦੇ ਨਾਲ ਇੱਕ ਉਹਨਾਂ ਦਾ ਸ਼ਬਦ ਆਉਂਦਾ ਆ ਜੀ ਵੀ ਕਰਮ ਨੂੰ ਜੀ ਧਰਮ ਦੇ ਅਨੁਸਾਰ ਕਰਨਾ ਹੈ, ਜੀ ਬਿਲਕੁਲ ਧਰਮ ਨੂੰ ਕਰਮ ਦੇ ਅਨੁਸਾਰ ਕਰਨਾ। ਫਿਰ ਤੁਸੀਂ ਕਹਿਣਾ ਇਹਨੂੰ ਖੋਲ ਕੇ ਦੱਸੋ। ਜੀ ਅੱਗੇ ਵੀ ਮੈਂ ਕਈ ਵਾਰੀ ਕਹਿ ਚੁੱਕਾ, ਕਰਮ ਉਹ ਕਰਨਾ ਜਿਹੜਾ ਪਰਮ ਪਿਤਾ ਪਰਮਾਤਮਾ ਦੀ ਭਗਤੀ ਦੇ ਨਾਲ ਜੋੜੇ, ਜਿਹਦੇ ਵਿੱਚੋਂ ਸਤ ਸੰਤੋਖ ਦਾ ਖੁਸ਼ਬੂ ਆਵੇ, ਜੀ। ਜਿਹਦੇ ਵਿੱਚੋਂ ਪਰਮਾਰਥ ਦੀ ਖੁਸ਼ਬੂ ਆਵੇ, ਜੀ। ਜਿਹਦੇ ਵਿੱਚੋਂ ਮਨ ਨੂੰ ਸ਼ਾਂਤੀ ਮਿਲੇ। ਜੀ ਜੀ ਇਹ ਨਹੀਂ ਵੀ ਅਸੀਂ ਕਹੀਏ ਅਸੀਂ ਰੱਬ ਦੀ ਪੂਜਾ ਕਰਦੇ ਹਾਂ ਤੇ ਬਾਹਰ ਬੱਕਰੇ ਝਟਕਾਈ ਜਾਂਦੇ ਆ, ਜੀ। ਇੱਦਾਂ ਨਹੀਂ। ਜੀ ਅਸੀਂ ਕੋਈ ਸ਼ਰਾਬ ਦਾ ਕਾਰੋਬਾਰ ਕਰਦੇ ਹਾਂ, ਇੱਦਾਂ ਨਹੀਂ। ਕੰਮ ਉਹ ਕਰਦਾ ਆ ਜਿਹੜਾ ਮਹਾਰਾਜ ਦੇ ਹੋਵੇ। ਨਾਲੇ ਤੁਸੀਂ ਕਹਿ ਸਕਦੇ ਆ ਵੀ ਜਿਹੜਾ ਧਰਮ ਆ, ਧਰਮ ਦੇ ਅਨੁਸਾਰ ਕਾਰ ਫੇ ਕਿਹੜੀ ਹੋਈ ਜੀ ਤੇ ਕੰਮ ਦੇ ਅਨੁਸਾਰ ਧਰਮ ਕਿਹੜਾ ਹੋਇਆ। ਜੀ ਬਿਲਕੁਲ ਕੰਮ ਦੇ ਅਨੁਸਾਰ ਧਰਮ ਇਹ ਹੋਇਆ। ਕੰਮ ਕਰਦੇ ਆ ਜੀ ਅਸੀਂ, ਉਹ ਤੋਂ ਲਾਭ ਨਹੀਂ ਖੱਟਣਾ। ਜੀ ਰੋਟੀ ਜੋਗਾ, ਜੇ ਚ ਸਾਨੂੰ ਰੋਟੀ ਮਿਲੇ ਮੇਰਾ ਪਰਿਵਾਰ ਚੱਲੇ, ਜੀ। ਉਹਦੇ ਵਿੱਚੋਂ ਕੋਠੀਆਂ ਨਹੀਂ ਬਣਾਉਣੀਆਂ, ਜੀ। ਉਹਦੇ ਵਿੱਚੋਂ ਬਿਜ਼ਨਸ ਨਹੀਂ ਖੜਾ ਕਰਨਾ, ਜੀ। ਉਹਦੇ ਵਿੱਚੋਂ ਕਿਸੇ ਦਾ ਦਿਲ ਨਹੀਂ ਦਿਖਾਣਾ। ਜੀ। ਇਹ ਬਿਜ਼ਨਸ, ਉਹ ਕਹਿੰਦੇ ਇਹ ਧਰਮ ਦਾ ਬਿਜ਼ਨਸ ਨਹੀਂ ਹੋਊਗਾ ਜਦੋਂ ਬੰਦਾ ਇਨਕਮ ਦੇ ਵਿੱਚ ਲੱਗ ਗਿਆ। ਅੱਜ ਤੇਲ ਦੀ ਬਲੈਕ, ਜੀ ਪਰਸੋਂ ਨੂੰ ਤੁਸੀਂ ਕਿਹਾ, ਅਗਲਾ ਕਹਿੰਦਾ ਨਹੀਂ ਜੀ ਇੱਥੇ ਤਾਂ ਹੁਣ ਪੈਟਰੋਲ ਲੱਭਦਾ ਹੀ ਨਹੀਂ। ਜੀ ਤੀਜਾ ਕਹਿੰਦਾ ਇੱਥੇ ਤਾਂ ਜੀ ਹੁਣ ਅੱਜ ਕੱਲ੍ਹ ਫਲਾਣੇ ਦੀ ਕਮੀ ਹੋ ਜੋ, ਇਹ ਇਕੱਠਾ ਕਰ ਲਓ। ਹੁਣ ਕਣਕ ਦਾ ਰੇਟ ਵੱਧ ਜਾਣਾ, ਇਹ ਇਕੱਠਾ ਕਰ ਲਓ। ਮਹਾਰਾਜ ਕਹਿੰਦੇ ਕੰਮ ਕੋਈ ਵੀ ਕਰਨਾ ਹੈ ਜੀ ਉਹ ਇਹ ਦੇਖ ਕੇ ਕਰਨਾ ਕਿ ਮੈਨੂੰ ਪਰਮ ਪਿਤਾ ਪਰਮਾਤਮਾ ਮੇਰਾ ਦੇਖਦਾ ਆ। ਜੀ ਆਪ ਜੀ ਦੇ ਕਹਿਣ ਦਾ ਮਤਲਬ ਕਿ ਗੁਰੂ ਰਵਿਦਾਸ ਮਹਾਰਾਜ ਨੇ ਆਪਣੀ ਬਾਣੀ ਵਿੱਚ ਸੱਚੀ ਸੁੱਚੀ ਕਿਰਤ ਕਰਨ ਦਾ ਉਪਦੇਸ਼ ਪਰਮਾਰਥ ਦੇ ਨਾਲ ਨਾਲ ਬਖਸ਼ਿਸ਼ ਕੀਤਾ। ਤੇ ਹੁਣ ਸੰਗਤਾਂ ਇਹ ਗੱਲ ਜਾਣਨਾ ਚਾਹੁੰਦੀਆਂ ਕਿ ਜਿਹੜੇ ਜੀਵ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਨਿਰਵਾਹ ਕਰਨਗੀਆਂ, ਉਹਨਾਂ ਨੂੰ ਕੀ ਪ੍ਰਾਪਤ ਹੋਵੇਗਾ? ਉਹਨਾਂ ਨੂੰ ਕਿਸ ਚੀਜ਼ ਦੀ ਪ੍ਰਾਪਤੀ ਹੁੰਦੀ ਹੈ? ਗੁਰਪ੍ਰੀਤ ਜੀ ਦੇਖੋ, ਜੀ ਆਪਾਂ ਜਿੰਨਾ ਕੁਝ ਬੋਲਿਆ ਜੀ ਇਹ ਪਰਮਾਰਥ ਹਿੱਤ ਬੋਲਿਆ, ਜੀ ਬਿਲਕੁਲ ਜੀ ਹੋ ਗਿਆ ਕਿ ਨਹੀਂ? ਜੀ ਜੀ ਇਹ ਪਰਮਾਰਥ ਜਿੱਦਾਂ ਜਿੱਦਾਂ ਅਸੀਂ ਚੱਲਦੇ ਆ, ਜੀ। ਉਹਦਾ ਪਹਿਲਾ ਫੇਜ਼ ਹੋ ਗਿਆ ਵੀ ਪਹਿਚਾਣ ਕਰਨੀ, ਅਸੀਂ ਕਾਹਦੇ ਲਈ ਆਏ ਆ, ਅਸੀਂ ਕੀ ਕਰਨਾ। ਜੀ ਬਿਲਕੁਲ ਫਿਰ ਅਸੀਂ ਸਿਮਰਨ ਕਰਦੇ ਆ, ਜੀ ਜੀ ਸਿਮਰਨ ਦੇ ਨਾਲ ਫਿਰ ਅਸੀਂ ਗੁਰੂ ਦਾ ਸ਼ਬਦ ਪੜ੍ਹਦੇ ਆ, ਸਿਮਰਨ ਕਰਦੇ ਆ। ਫਿਰ ਅਸੀਂ ਨੇਕ ਕਮਾਈ ਦਾ ਮਹਾਰਾਜ ਨੇ ਸਾਨੂੰ ਦਿੱਤਾ ਵੀ ਨੇਕ ਕਮਾਈ ਜੋ ਕਰੇ। ਜੀ। ਫਿਰ ਅਸੀਂ ਨੇਕ ਕਮਾਈ ਕਰਦੇ ਆ। ਫਿਰ ਅਸੀਂ ਜੀਭਾਂ ਦੇ ਨਾਲ ਸਿਮਰਨ ਕਰਦੇ ਕਰਦੇ ਹੱਥਾਂ ਨਾਲ ਕਾਰ ਕਰਦੇ ਆ। ਜੀ। ਤੇ ਕਹਿੰਦੇ ਜਿਹੜਾ ਜੀਵ ਇਹ ਸਾਰਾ ਕੁਝ ਕਰੂਗਾ, ਜੀ ਬਿਲਕੁਲ ਜਿਹੜਾ ਜੀਵ ਹੱਥਾਂ ਨਾਲ ਕਾਰ ਵੀ ਕਰੂਗਾ, ਜੀ ਮੂੰਹ ਨਾਲ ਸਿਮਰਨ ਵੀ ਕਰੂਗਾ, ਜੀ। ਗੁਰੂ ਦੇ ਬਚਨਾਂ ਤੇ ਵੀ ਚੱਲੂਗਾ, ਜੀ। ਜਿਹੜਾ ਮਤਲਬ ਦਿਨ ਰਾਤ ਪ੍ਰੇਮਾ ਭਗਤੀ ਦੇ ਵਿੱਚ ਜੀ ਆਪਣੇ ਸਹਿਜ ਮਾਰਗ ਤੇ ਵੀ ਚੱਲੂਗਾ। ਮਹਾਰਾਜ ਕਹਿੰਦੇ ਉਹਨੂੰ ਨਿਸ਼ਚਿਤ ਤੌਰ ਤੇ ਮਹਾਰਾਜ ਕਹਿੰਦੇ ਸੁਖ ਸਾਗਰ ਸੁਰਤਰ ਚਿੰਤਾਮਨ ਕਾਮ ਧੇਨ ਬਸ ਜਾ ਕੇ, ਜੀ ਚਾਰ ਪਦਾਰਥ ਆਸ਼ਟਿਤ ਸਾਸਿਤ ਨਵਨਿਤ ਕਰ ਤਲ ਤਾ ਕੇ, ਜੀ ਹਰ 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 ਜੀ ਨਾ ਜਪੇ ਰਸਨਾ। ਜੀ ਫਿਰ ਕਹਿੰਦੇ ਹਰ ਹਰ, ਜਿਹੜੀ ਰਸਨਾ ਹਰ ਹਰ ਨਹੀਂ ਜਪਦੀ, ਜੀ ਜੀ ਅਵਰ ਸਭ ਤਿਆਗ ਬਚਨ ਰਚਨਾ। ਫਿਰ ਕਹਿੰਦੇ ਸਾਰਾ ਕੁਝ ਜੀ ਤੂੰ ਜਿਹੜਾ ਰਚਨਾ ਤੋਂ ਸੋਚਦਾ ਸਮਝਦਾ ਆ ਜੀ ਉਹ ਸਭ ਛੱਡ ਦੇਣਾ ਹੈ। ਕਹਿੰਦੇ ਜੀ। ਫਿਰ ਕੀ ਕਰਨਾ ਹੈ? ਮਹਾਰਾਜ ਨੇ ਫਿਰ ਇੱਕ ਉਦਾਹਰਣ ਦਿੱਤੀ ਨਾਲ, ਜੀ। ਕਹਿੰਦੇ ਨਾਨਾ ਖਿਆਨ ਪ੍ਰਾਣ ਵੇਦ ਵਿਦ, ਜੀ ਨਾਨਾ ਕਈ ਤਰ੍ਹਾਂ ਦੇ ਜੀ ਖਿਆਨ ਪ੍ਰਾਣ ਵੇਦ ਪ੍ਰਾਣ, ਜੀ ਵੇਦ ਉਹਨਾਂ ਦੀ ਵਿਧੀਆਂ, ਜੀ 34 ਅਕਸ਼ਰ ਮਾਹੀ, ਜੀ ਇਹ ਸਾਰੇ ਜਿੰਨੇ ਗ੍ਰੰਥ ਲਿਖੇ ਗਏ ਦੁਨੀਆ ਦੇ, ਇਹ ਸਾਰੇ 34 ਅੱਖਰਾਂ ਦੇ ਵਿੱਚ ਹੀ ਲਿਖੇ ਗਏ। ਜੀ ਬਿਲਕੁਲ ਤੇ ਮਹਾਰਾਜ ਕਹਿੰਦੇ, ਇਹ ਵਿਆਸ ਨੇ ਵੀ ਗੱਲ ਕਹਿ ਦਿੱਤੀ ਆ, ਵਿਆਸ ਵਿਚਾਰ ਕਿਉ ਪਰਮਾਰਥ RAM ਨਾਮ ਸਰਨਾਹੀ। ਜੀ ਕਹਿੰਦੇ ਤੁਸੀਂ 34 ਅੱਖਰਾਂ ਦੇ ਦਾਇਰੇ ਵਿੱਚ ਰਹਿ ਕੇ ਜੀ। ਜਿਹੜੀ ਗੱਲ ਕਰਦੇ ਆ ਉਹ ਤਾਂ ਕਰਦੇ ਆ, ਜੀ। ਪਰ ਕਹਿੰਦੇ ਇਹਨਾਂ 34 ਅੱਖਰਾਂ ਦੇ ਵਿੱਚ RAM ਪਰਮਪਿਤਾ ਪਰਮਾਤਮਾ ਮੇਰੇ RAM ਦੀ ਵਿਆਖਿਆ, ਮੇਰੇ RAM ਦਾ ਵਰਣਨ ਜੀ ਪੂਰਨ ਨਹੀਂ ਹੁੰਦਾ। ਜੀ ਬਿਲਕੁਲ ਵਾਹ ਜੀ ਵਾਹ। ਪਰਮਾਰਥ RAM ਨਾਮ ਸਰਨਾਹੀ, ਨਾ ਹੈ ਪਰਮਾਤਮਾ ਦੇ ਨਾਮ ਦੀ ਅਗਦੀ ਦਾ ਕੋਈ ਬੰਨਾ ਕਿਨਾਰਾ ਜੀ ਆਰਾ ਪਾਰ ਜੀ ਅਗਲਾ ਤੇ ਪਿਛਲਾ
ਕਿਨਾਰਾ ਕਹਿੰਦੇ ਕੋਈ ਨਹੀਂ, ਮੇਰੇ ਪਰਮਾਤਮਾ ਰਾਮ ਦੀ ਏਡੀ ਵੱਡੀ ਵਡਿਆਈ ਆ। ਜੀ ਜੀ ਨਾਨਾ ਖਿਆਨ ਪ੍ਰਾਣ ਵੇਦ ਵਿੱਚ ਚੌਥੀ ਅਕਸ਼ਰ ਮਾਹੀ ਵਿਆਸ ਵਿਚਾਰ ਕਿਉ ਪਰਮਾਰਥ ਰਾਮ ਨਾਮ ਸਰਨਾਈ। ਜੀ ਇਸ ਦਾ ਮਤਲਬ ਪ੍ਰਿੰਸੀਪਲ ਫਿਰ- ਸਾਹਿਬ ਗੁਰੂ ਸਾਹਿਬ ਆਪਣੇ ਸ਼੍ਰੀ ਵੇਦ ਵਿਆਸ ਜੀ ਦੀ ਉਦਾਹਰਨ ਦਿੰਦੇ ਹੋਏ ਇਹ ਗੱਲ ਕਰ ਰਹੇ ਹਨ ਕਿ ਬਹੁਤੀਆਂ ਕਥਾਵਾਂ ਪੜ੍ਹ ਲੈਣ ਦੇ ਨਾਲ ਜਾਂ ਵੇਦ ਸ਼ਾਸਤਰਾਂ ਦਾ ਅਧਿਐਨ ਕਰਨ ਦੇ ਨਾਲ ਤੇ ਜੇਕਰ ਬੰਦਾ ਆਪਣੀ ਕਰਨੀ ਕੀਰਤੀ ਵਿੱਚ ਇੱਕ ਸਾਰਤਾ ਨਹੀਂ ਲਿਆਉਂਦਾ ਤੇ ਉਸ ਵਾਸਤੇ ਆਪਣੇ ਮੁਕਤੀ ਨੂੰ ਦੇ ਸਾਧਨ ਨੂੰ ਪ੍ਰਾਪਤ ਕਰਨ ਲਈ ਗੁਰੂ ਜੀ ਕੀ ਫਰਮਾਨ ਕਰਦੇ ਹਨ ਉਹ ਅੰਮ੍ਰਿਤਵਾਣੀ। ਇਸੇ ਜਿਹੜਾ ਸ਼ਬਦ ਜੇ ਤੁਸੀਂ ਇਹ ਗੱਲ ਸ਼ੁਰੂ ਕਰਤੀ, ਜੀ ਜਿਹੜਾ ਸ਼ਬਦ ਆਪਾਂ ਬੋਲਦੇ ਇਹਦੇ ਵਿੱਚ ਹੀ ਮਹਾਰਾਜ ਅੰਤ ਵਿੱਚ ਕਹਿੰਦੇ ਆ, ਜੀ ਇੰਨਾ ਕੁਝ ਕਰਨ ਦੇ ਬਾਵਜੂਦ, ਜੀ ਸੁਰਤੀ ਇਕਾਗਰ ਕਰਨ ਦੇ ਬਾਵਜੂਦ, ਸਹਿਜ ਅਵਸਥਾ ਤੇ ਬੈਠਣ ਦਾ, ਜੀ ਸਹਿਜ ਦਾ ਭਾਵ ਸਮਝਣ ਦੇ ਬਾਵਜੂਦ ਮਹਾਰਾਜ ਕਹਿੰਦੇ ਆ ਸਹਿਜ ਸਮਾਧ ਜੀ ਸਾਰਾ ਕੁਝ ਕਰਨੇ ਦੇ। ਅਗਰ ਕਿਸੇ ਦੀ ਸਹਿਜ ਸਮਾਧੀ ਲੱਗ ਜਾਵੇ, ਜੀ ਸਹਿਜ ਸਮਾਧ ਅਪਾਦ ਰਹਿਤ ਫੁਨ, ਜੀ ਜੀ ਅਪਾਦੀਆਂ ਆਦੀਆਂ ਵਿਆਦੀਆਂ ਅਪਾਦੀਆਂ ਜੀ ਜੀ ਖਤਮ ਹੋ ਜਾਂਦੀਆਂ, ਰਹਿਤ ਹੋ ਜਾਂਦੀਆਂ। ਜੀ ਫੁੱਲ ਦੁਬਾਰਾ ਵੱਡੇ ਭਾਗ ਲਿਵ ਲਾਗੇ। ਵਾਹ ਜੀ ਕਹਿੰਦੇ ਉਹਦੇ ਕੌਲ ਮੁਅੱਤ ਦੇ ਚੰਗੇ ਆ, ਵਾਹ ਉਹ ਅਤਿਅੰਤ ਭਾਗਾਂ ਵਾਲਾ ਆ ਬਿਲਕੁਲ। ਜਿਹਦੇ ਫਨ ਵੱਡੇ ਭਾਗ ਲਿਵ ਲਾਗੀ, ਜਿਹਦੀ ਲਿਵ ਜਗ ਗਈ। ਜੀ 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 ਕਹਿੰਦੇ ਜਦੋਂ ਲਿਵ ਲੱਗ ਗਈ, ਮਹਾਰਾਜ ਕਹਿੰਦੇ ਫਿਰ ਕੀ ਹੁੰਦਾ, ਹਾਂਜੀ। ਸੁਣੋ। ਕੀ ਕਹਿ ਰਵਿਦਾਸ ਪ੍ਰਗਾਸ ਹਿਰਦੇ ਧਰ। ਜੀ ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਇਸ ਅਵਸਥਾ ਦੇ ਵਿੱਚ ਲਿਵ ਲੱਗਣ ਦੇ ਵਿੱਚ ਬੈਠਣ ਦੇ ਵਿੱਚ ਜੀ ਕਹਿ ਰਵਿਦਾਸ ਪ੍ਰਗਾਸ ਹਿਰਦੇ ਧਰ, ਜੀ। ਬੰਦੇ ਦੇ ਜੀਵ ਦੇ ਨਰ ਦੇ ਜੀ ਅੰਦਰ ਸੱਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਜੀ ਤੇ ਜਿਨ੍ਹਾਂ ਦੇ ਸੱਤ ਦਾ ਗਿਆਨ ਹੋ ਜਾਂਦਾ ਹੈ, ਜੀ ਜਿਨ੍ਹਾਂ ਦੇ ਸੱਤ ਦਾ ਪ੍ਰਕਾਸ਼ ਹੋ ਜਾਂਦਾ ਹੈ, ਜੀ ਬਿਲਕੁਲ ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ, ਜੀ ਜੀ ਹਿਰਦੇ ਧਰ ਜਨਮ ਮਰਨ ਭੈ ਭਾਗੀ। ਜੀ ਕਹਿੰਦੇ ਉਹਨਾਂ ਦਾ ਆਉਣਾ ਤੇ ਜਾਣਾ, ਉਹਨਾਂ ਦਾ ਜੰਮਣਾ ਤੇ ਮਰਨਾ ਜੀ। ਸਫਲ ਹੋ ਜਾਂਦਾ, ਕਿਉਂਕਿ ਉਹਨਾਂ ਦਾ ਜਿਉਂਦੇ ਜੀ, ਜੀ ਜਿੱਦਾਂ ਗੁਰੂ ਰਵਿਦਾਸ ਜੀ ਕਹਿੰਦੇ ਹਨ, ਜੀ ਜੀਵਤ ਮੁਕਤ ਜੀ ਸਦਾ ਨਿਰਵਾਣ। ਜੀ ਜੀ ਉਹ ਸੰਤ ਜੀ ਜਿਹੜੇ ਇਸ ਅਵਸਥਾ ਨੂੰ ਪ੍ਰਾਪਤ ਹੁੰਦੇ ਆ ਲੋਕ, ਜੀ। ਨਾਮਦੇਵ ਜੀ ਮਹਾਰਾਜ, ਜੀ ਕਬੀਰ ਜੀ ਮਹਾਰਾਜ, ਜੀ ਜੀ ਸਤਿਗੁਰੂ ਰਵਿਦਾਸ ਜੀ ਮਹਾਰਾਜ, ਜੀ ਜਾਂ ਜਿਨ੍ਹਾਂ ਨੂੰ ਭਗਤਾਂ ਦਾ ਦਰਜਾ ਮਿਲਿਆ, ਜੀ ਜੀ ਚਾਹੇ ਜਿਨ੍ਹਾਂ ਦੀ ਬਾਣੀ ਘਟਿਆ, ਚਾਹੇ ਜਿਨ੍ਹਾਂ ਦੀ ਬਾਣੀ ਵਧਿਆ, ਜੀ ਜਿਨ੍ਹਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ, ਜੀ ਕਹਿੰਦੇ ਉਹਨਾਂ ਦਾ ਜਨਮ ਦਾ ਤੇ ਮਰਨ ਦਾ ਕੋਈ ਲਿੰਕ ਨਹੀਂ ਰਹਿੰਦਾ। ਜੀ। ਜਨਮ ਦਾ ਤੇ ਮਰਨ ਦਾ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ। ਜੀ ਜਿਹੜਾ ਜੀਵ ਸਾਡੇ ਇਸ ਰਹਿਤ ਮਰਜ਼ਾਦਾ ਦੇ ਵਿੱਚ ਵਿਚਰੂਗਾ, ਜੀ ਜਿਹੜਾ ਜੀਵ ਇਸ ਰਹਿਤ ਮਰਜ਼ਾਦਾ ਤੇ ਆਪਣਾ ਜੀਵਨ ਨਿਰਵਾਹ ਕਰੂਗਾ, ਜੀ ਕਹਿੰਦੇ ਕੌਰ ਰਵਿਦਾਸ ਪ੍ਰਗਾਸ ਹਿਰਦੇ ਧਰ ਜਨਮ ਮਰਨ ਪੈ ਘਾਗੀ। ਘੱਟੋ ਘੱਟ ਉਹਦਾ ਇਹ ਜਿਹੜਾ ਜੀਵਨ ਆ, ਉਹਦਾ ਜੀਵਨ ਮੁਕਤ ਹੋ ਜਾਊਗਾ, ਜਿਉਂਦੇ ਜੀ। ਉਹ ਕੀ ਬਣ ਜਾਊਗਾ, ਰਵਿਦਾਸ ਭਏ ਨਰ ਦੇਵਤੇ ਜਿਨ ਤਿਆਗੇ ਪੰਜ ਵਿਕਾਰ। ਜੀ ਸਤਿਗੁਰੂ ਰਵਿਦਾਸ ਜੀ ਸਮਾਨ, ਕਬੀਰ ਸਾਹਿਬ ਦੇ ਸਮਾਨ, ਭਗਤਾਂ ਦੇ ਵਾਕਿਆਂ ਦੇ ਸਮਾਨ, ਮਹਾਂਪੁਰਸ਼ਾਂ ਦੇ ਸਮਾਨ, ਬ੍ਰਹਮ ਗਿਆਨੀ ਸੰਤ ਸਰਵਣਦਾਸ ਮਹਾਰਾਜ, ਸੰਤ ਹਰੀਦਾਸ ਮਹਾਰਾਜ, ਸੰਤ ਗਰੀਬਦਾਸ ਮਹਾਰਾਜ, ਸੰਤ ਨਿਰੰਜਨ ਦਾਸ ਮਹਾਰਾਜ ਜੀ ਜੀ ਦੇ ਸਮਾਨ ਉਹਨਾਂ ਦਾ ਦੁਨਿਆਵੀ ਦਰਜਾ ਜਿਹੜਾ ਆ ਜੀ ਇੱਦਾਂ ਵਿਚਰੂਗਾ ਜੀ। ਜਿੱਦਾਂ ਉਹ ਪਰਮ ਪਿਤਾ ਪਰਮਾਤਮਾ ਦੇ ਨੁਮਾਇੰਦੇ ਆ। ਜਿੱਦਾਂ ਮਹਾਰਾਜ ਜੀ ਕਿਹਾ ਸੰਤ ਤੂਜੀ ਤਨ ਸੰਗਤ ਪ੍ਰਾਣ ਸਤਿਗੁਰ ਗਿਆਨ ਜਾਣੇ ਸੰਤ ਦੇਵ ਦੇ। ਉਹ ਕਹਿੰਦੇ ਸੰਤ ਜਿਹੜੇ ਆ ਤੇਰੇ ਜਿੰਦ ਪ੍ਰਾਣ ਆ। ਜੀ ਇਸ ਕਰਕੇ ਜਿਹੜੇ ਜੀਵ ਪਰਮ ਪਿਤਾ ਪਰਮਾਤਮਾ ਦੀ ਭਗਤੀ ਕਰਨਗੇ, ਜੀ ਉਹਨਾਂ ਨੂੰ ਇਹ ਫਲ ਪ੍ਰਾਪਤ ਹੋਊਗਾ। ਜੀ ਇਹੀ ਨੈਤ ਮਰਜ਼ਾਦਾ ਆ ਸਾਡੀ। ਜੇ ਅਸੀਂ ਇਹਦੇ ਅੰਦਰ ਰਹਿ ਕੇ ਜੀਵਨ ਬਤੀਤ ਕਰੀਏ ਜੀ। ਤਾਂ ਅਸੀਂ ਪਰਮ ਪਦ ਨੂੰ ਪ੍ਰਾਪਤ ਹੋ ਸਕਦੇ ਹਾਂ। ਜੀ ਬਿਲਕੁਲ। ਪ੍ਰਿੰਸੀਪਲ ਸਾਹਿਬ, ਆਪ ਜੀ ਨੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਅੰਦਰ ਆਪਣੇ ਸੇਵਕਾਂ ਜਾਂ ਜਗਿਆਸੂਆਂ ਜਾਂ ਪਰਮਾਤਮਾ ਦੇ ਪ੍ਰੇਮੀ ਰੂਹਾਂ ਨੂੰ ਕੀ ਉਪਦੇਸ਼ ਗੁਰੂ ਰਵਿਦਾਸ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤਾ, ਉਸ ਬਾਰੇ ਆਪ ਜੀ ਨੇ ਸਾਡੇ ਸਟੂਡੀਓ ਰਵਿਦਾਸੀਆ ਸਟੂਡੀਓ ਵਿੱਚ ਆਣ ਕੇ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਬਖਸ਼ਿਸ਼ ਕੀਤੀ ਹੈ, ਜਿਸ ਦਾ ਮੈਂ ਉਮੀਦ ਕਰਦਾ ਸੰਗਤਾਂ ਪਰਮਾਰਥੀ ਔਰ ਸਵਾਰਥੀ ਦੋਨੋਂ ਤਰ੍ਹਾਂ ਲਾਭ ਉਠਾਉਣਗੀਆਂ ਔਰ ਸੱਚੀ ਸੁੱਚੀ ਕਿਰਤ ਕਰਕੇ ਪਰਮਾਤਮਾ ਦਾ ਸੱਚਾ ਨਾਮ ਜੋ ਹੈ ਉਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਉਸ ਪਰਮ ਪਿਤਾ ਪਰਮਾਤਮਾ ਨਾਲ ਜੁੜਨ ਦਾ ਭਰਪੂਰ ਲਾਹਾ ਲੈਣਗੀਆਂ ਆਪ ਜੀ ਦੇ ਗਿਆਨ ਦੇ ਪਾਸੋਂ। ਸੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਸੰਪੂਰਨ ਸੰਦੇਸ਼ ਜੋ ਆਪ ਜੀ ਨੇ ਰਵਿਦਾਸੀਆ ਟੀਵੀ ਤੇ ਆਣ ਕੇ ਬਖਸ਼ਿਸ਼ ਕੀਤਾ, ਉਸ ਲਈ ਅਸੀਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਤੇ ਸਾਰੀ ਸੰਗਤ ਨੂੰ ਸਾਡੇ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ। ਦਾਸ ਵੀ ਰਵਿਦਾਸੀਆ ਟੀਵੀ ਦੀ ਸੰਗਤ ਦਾ
ਜੀ ਰਵਿਦਾਸੀਆ ਟੀਵੀ ਦੇ ਸੰਚਾਲਕਾਂ ਦਾ ਜੀ ਜੀ ਤਹਿ ਦਿਲੋਂ ਧੰਨਵਾਦ ਕਰਦਾ ਆ, ਜੀ ਜਿਨ੍ਹਾਂ ਨੇ ਪਰਮਪਿਤਾ ਪਰਮਾਤਮਾ ਅਕਾਲ ਪੁਰਖ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਜੀ ਜਨ ਜਨ ਤੱਕ ਪਹੁੰਚਾਉਣ ਦੇ ਲਈ ਜੀ ਇਹ ਦਾਸ ਨੂੰ ਮੌਕਾ ਦਿੱਤਾ। ਜੀ ਸਭ ਸੰਗਤ ਨੂੰ ਜੈ ਗੁਰਦੇਵ, ਧੰਨ ਗੁਰਦੇਵ।